देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया आखना। बहुत बहुत शुक्रिया रंधावा जी। साਰਿਆਂ ਨੂੰ सत श्री अकाल जी। सब तो पहला चलते हैं पंजाब के मुख मंत्री के दफ्तर ਸਕੱਤਰੇਤ ਦੇ ਵਿੱਚ। ਉੱਥੇ ਕੁਝ ਚਿੱਠੀਆਂ ਦਾ ਰੌਲਾ ਹੈ ਤੇ ਫਿਰ ਉੱਥੋਂ ਚੱਲਾਂਗੇ ਚੰਡੀਗੜ੍ਹ ਦੇ ਵਿੱਚ ਹੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ 'ਚ। ਗਹਿਮਾ ਗਹਿਮੀ ਉੱਥੇ ਵੀ ਹੈ। ਦੋਨਾਂ ਪਾਰਟੀਆਂ ਦੇ ਗੱਠਜੋੜ ਨੂੰ ਲੈ ਕੇ ਅੱਜ ਵਾਹਵਾ ਕਾਂਗਰਸੀ ਇਕੱਠੇ ਹੋਣ ਲੱਗੇ ਆ। ਵੈਸੇ ਕੱਲ ਸੁਖਚੈਨ ਸਿੰਘ ਗਿੱਲ ਨੇ, ਜਿਹੜੇ ਕਿ ਡੀਜੀਪੀ ਪੰਜਾਬ ਔਰ ਪੰਜਾਬ ਪੁਲਿਸ ਦੇ ਬੁਲਾਰੇ ਨੇ, ਨੁਮਾਇੰਦੇ ਨੇ, ਵੱਡੇ ਅਫਸਰ ਨੇ, ਉਹਨਾਂ ਨੇ ਇੱਕ ਗੱਲ ਕੀਤੀ ਹੈ ਜਿਹੜੀ ਕਾਫੀ ਮਾਇਨੇ ਰੱਖਦੀ ਆ ਕਿ ਹੁਣ ਥੋੜੇ ਨਸ਼ੇ ਵਾਲਿਆਂ ਨੂੰ ਜੇਲ੍ਹ ਨਹੀਂ ਜਾਣਾ ਪਊਗਾ। ਇਹ ਗੱਲ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਕੀਤੀ ਸੀਗੀ ਤੇ ਹੁਣ ਜਦੋਂ ਪੁਲਿਸ ਕਰ ਰਹੀ ਆ, ਇਹਦਾ ਮਤਲਬ ਹੈ ਕਿ ਅਗਲੀ ਵਿਧਾਨ ਸਭਾ ਦੇ ਵਿੱਚ ਇਹਦੇ ਨਾਲ ਸੰਬੰਧਿਤ ਸੋਧ ਕਰ ਲਈ ਜਾਊਗੀ। ਸੰਬੰਧਿਤ ਜਿਹੜਾ ਕਾਨੂੰਨ ਹੈਗਾ। ਆਪਾਂ ਚੱਲਾਂਗੇ ਗਿੱਦੜਬਾਏ। ਗਿੱਦੜਬਾਏ ਦੇ ਵਿੱਚ BDO ਦਫ਼ਤਰ ਨੇ ਨਵਾਂ ਹੀ ਚੰਨ ਚਾੜਿਆ। ਹੁਣ BDPO ਦਫ਼ਤਰ ਦੇ ਵਿੱਚ ਜੋ ਕੁਝ ਹੋਇਆ, ਵੈਸੇ ਇਹਨੂੰ ਜੱਗੋਂ ਤੇਰ ਵੀ ਕਹਿੰਦੇ ਆ ਤੇ ਵੇਖਣ ਸੁਣਨ ਬਾਹਰਾ ਵਾ। ਤੁਸੀਂ ਖਬਰਾਂ ਥੋੜੀਆਂ ਬਹੁਤੀਆਂ ਦੇਖ ਲੀਆਂ ਹੋਣਗੀਆਂ, ਇਹਦੀ ਤਫਸੀਲ 'ਚ ਜਾਂਦੇ ਆ। ਪਟਵਾਰੀਆਂ ਦੇ ਬਸਤਿਆਂ ਦਾ ਵੀ ਰੌਲਾ ਪੈ ਗਿਆ। ਹੁਣ ਪਟਵਾਰੀ ਆਪਣੇ ਬਸਤੇ ਛੱਡਣ ਨੂੰ ਤਿਆਰ ਨੇ ਕਿ ਨਹੀਂ ਤਿਆਰ, ਔਰ ਜਿਨ੍ਹਾਂ ਦੀ ਸਟੇ ਲੰਬੀ ਆ, ਗਵਰਨਮੈਂਟ ਲਿਸਟਾਂ ਬਣਾ ਰਹੀ ਆ ਵੀ ਇੱਕੋ ਥਾਂ ਆਪਾਂ ਇੱਟ ਲਾ ਕੇ ਬੈਠੇ ਆ, ਚੱਕ ਚੱਕ ਕੇ ਮਾਰੇ ਜਾਣਗੇ ਇੱਧਰ ਉੱਧਰ। ਕਿੱਥੇ ਕਿੱਥੇ ਬੰਦੀ ਦਾ ਪੌ ਕਹਿੰਦੇ ਹੁੰਦੇ ਸੀ। ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਧਾਰ ਕਲਾ ਨੂੰ ਕਿਹਾ ਜਾਂਦਾ ਹੁੰਦਾ ਸੀ ਵੀ ਇਹਨੂੰ ਦਿਖਾਓ ਧਾਰ। ਹੁਣ ਵੇਖੋ ਪਟਵਾਰੀਆਂ ਨੂੰ ਕਿਹੜੀ ਕਿਹੜੀ ਜਗ੍ਹਾ ਤੇ ਸੁੱਟਦੇ ਆ। ਤੇ ਜਦੋਂ ਹੀ ਅੱਜ 5 ਸਤੰਬਰ ਦਾ ਜ਼ਿਕਰ ਆਉਂਦਾ ਹੈ ਤਾਂ ਨਾਲ ਹੀ ਅਧਿਆਪਕ ਦਿਵਸ ਦਾ ਆਉਂਦਾ ਹੈ ਜ਼ਿਕਰ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ 'ਚ ਅਧਿਆਪਕਾਂ ਦੇ ਬਣਾਏ ਹੋਏ ਆ, ਚੰਗੇ ਆ ਜਾਂ ਮੰਦੇ ਆ, ਜੋ ਵੀ ਆ ਉਹ ਅਧਿਆਪਕ ਦੀ ਜ਼ਿੰਮੇਵਾਰੀ ਆ। ਖੈਰ ਅੱਜ ਅਧਿਆਪਕ ਦੇ ਨਾਂ ਕੁਝ ਸਮਾਂ ਕਰਨਾ ਬਣਦਾ ਹੈ, ਤੁਸੀਂ ਜ਼ਰੂਰ ਕਰਿਓ। ਅਸੀਂ ਤਾਂ ਸ਼ਾਇਦ ਇੰਨਾ ਕੀ ਕਰ ਪਾਵਾਂਗੇ। ਤੇ ਵਾਤਾਵਰਨ ਦੀ ਗੱਲ ਜਦੋਂ ਪਰਾਲੀ ਨਾਲ ਜੁੜਦੀ ਹੈ ਤੇ ਅੱਜ ਇੰਦਰਪ੍ਰੀਤ ਜੀ ਨੇ ਆਪਣੇ ਪਿੱਛੇ ਦੇਖੋ ਹਰਿਆਵਲ ਹੀ ਹਰਿਆਵਲ ਕੀਤੀ ਹੋਈ ਹੈ। ਇੰਜ ਲੱਗਦਾ ਇੱਕ ਔਰਾ ਬਣ ਰਿਹਾ ਪਿੱਛੇ, ਗ੍ਰੀਨ ਗ੍ਰੀਨ। ਤੁਹਾਨੂੰ ਨਜ਼ਰ ਆਉਂਦਾ ਹੋ? ਮੈਨੂੰ ਤਾਂ ਆ ਰਿਹਾ ਥੋੜਾ ਥੋੜਾ। ਇਹ ਦੇਖੋ ਇੰਡੀਕੇਸ਼ਨਸ ਹੁੰਦੀਆਂ ਨੇ। ਵੈਸੇ ਕੱਲ ਤੇ ਪਰਸੋਂ ਅੰਮ੍ਰਿਤਸਰ ਦੇ MP ਨੇ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਨੂੰ ਲੈ ਕੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ, ਪ੍ਰੈਸ ਕਾਨਫਰੰਸ ਕੀਤੀ, TV ਇੰਟਰਵਿਊ ਦਿੱਤੀਆਂ। 3 MLA ਆਮ ਆਦਮੀ ਪਾਰਟੀ ਦੇ ਵੀ, ਇੱਕ DCP ਨੂੰ ਲੈ ਕੇ, ਇੱਕ ਪੁਲਿਸ ਅਧਿਕਾਰੀ ਨੂੰ ਬਦਲਾਉਣ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਆ ਅਤੇ ਸਰਕਾਰ ਦੇ ਵਿੱਚ ਕੋਈ ਕਹਿੰਦੇ ਸੁਣਵਾਈ ਨਹੀਂ ਹੋ ਰਹੀ। ਇਹ ਸਾਰੇ ਦੇ ਸਾਰੇ ਜ਼ਿਕਰ ਕਰ ਰਿਹਾ ਕ੍ਰਾਈਮ ਦੇ ਨਜ਼ਰੀਏ ਤੋਂ ਤੇ ਕ੍ਰਾਈਮ ਨੂੰ ਮੋਨੋਪਲਾਈਜ਼ ਕਰਤਾ ਗਿਆ ਉਸ ਨਜ਼ਰੀਏ ਨਾਲ। ਸੋ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੁੱਖ ਮੰਤਰੀ ਦੇ ਦਫ਼ਤਰ 'ਚ ਕੀ ਚੱਲ ਰਿਹਾ ਜੀ? ਗਵਰਨਰ ਨੂੰ 4 ਚਿੱਠੀਆਂ ਤੇ ਹੋਰ ਜਵਾਬ ਭੇਜਦੇ ਆ। ਬੜੇ ਸ਼ਰੀਫ ਜੇ ਬਣ ਗਏ ਦੋਵੇਂ ਧਿਰਾਂ। ਕੀ ਕਹਿੰਦੇ ਹੋ ਰੰਧਾਵਾ ਸਾਹਿਬ? ਜਿੱਥੇ ਤੱਕ ਆਪਾਂ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਰਾਜਪਾਲ ਤੇ ਮੁੱਖ ਮੰਤਰੀ ਦੇ ਵਿੱਚ 36 ਦਾ ਅੰਕੜਾ ਹੋਇਆ ਪਿਆ, ਮੈਨੂੰ ਲੱਗਦਾ ਕਿ ਜਦੋਂ ਦਾ ਰਾਜਪਾਲ ਸਾਹਿਬ ਨੇ 356 ਲਗਾ ਕੇ ਸਰਕਾਰ ਤੋੜਨ ਦੀ ਧਮਕੀ ਦਿੱਤੀ ਹੈ, ਦੀ ਸਿਫਾਰਿਸ਼ ਕਰਨ ਦੀ ਧਮਕੀ ਦਿੱਤੀ ਹੈ, ਉਸ ਤੋਂ ਬਾਅਦ ਮੈਨੂੰ ਲੱਗਦਾ ਸਰਕਾਰ ਵੀ ਦੋਨੋਂ ਪਾਸੇ ਢਿੱਲੇ ਪੈ ਗਿਆ। ਕਿਉਂਕਿ ਉਧਰੋਂ ਮੁੱਖ ਮੰਤਰੀ ਨੇ ਵੀ ਜਿਹੜਾ ਪਲਟਵਾਰ ਕੀਤਾ ਨਾ, ਉਹਦੇ ਨਾਲ ਰਾਜਪਾਲ ਦੀ ਬਦਨਾਮੀ ਨਹੀਂ ਹੋ ਰਹੀ ਹੈ। ਉਹਨਾਂ ਦੀ ਤਾਂ ਜਿੰਨੀ ਕੁ ਹੋਣੀ ਹੈ ਉਨੀ ਕੁ ਹੋ ਹੀ ਰਹੀ ਹੈ, ਪਰ ਨਾਲ ਦੀ ਨਾਲ ਭਗਵੰਤ ਮਾਨ ਨੇ BJP ਨੂੰ ਕਟਘਰੇ 'ਚ ਖੜਾ ਕੀਤਾ ਪਿਆ ਕਿ BJP ਜਿੱਥੇ ਜਿੱਥੇ ਮਤਲਬ ਨਹੀਂ ਜਾ ਪਾ ਰਹੀ, ਉੱਥੇ ਉੱਥੇ ਗਵਰਨਰਾਂ ਦੇ ਰਾਹੀਂ ਰੂਲ ਕਰ ਰਹੀ ਹੈ। ਸੋ ਇਹ ਸਟੈਬਲਿਸ਼ ਕਰ ਰਿਹਾ। ਤਾਂ ਜਿਹੜਾ ਉਹ ਮੈਨੂੰ ਲੱਗਦਾ ਕਿ ਜਿਹੜੀ ਉਹ ਤਿੱਖਾ ਵਾਰ ਸੀ ਨਾ, ਉਹਦੇ ਕਰਕੇ ਮੈਨੂੰ ਲੱਗਦਾ ਕਿ ਹੁਣ ਦੋਨੋਂ ਧਿਰਾਂ ਨੂੰ ਲੱਗ ਰਿਹਾ ਵੀ ਜਿੰਨਾ ਕੁ ਜਿੰਨੀ ਕੁ ਅੱਗੇ ਤੱਕ ਜਾਇਆ ਜਾ ਸਕਦਾ ਸੀ ਉਨੀ ਕੁ ਅੱਗੇ ਤੱਕ ਤਾਂ ਚਲਾ ਹੀ ਗਿਆ। ਹੁਣ ਇਸ ਤੋਂ ਜ਼ਿਆਦਾ ਅੱਗੇ ਤਾਂ ਜਾਣਨਾ ਠੀਕ ਨਹੀਂ। ਦੇਖੋ ਰਾਜਪਾਲ ਦੇ ਨਜ਼ਰੀਏ ਤੋਂ ਜੇ ਗੱਲ ਕਰੀਏ, ਰਾਜਪਾਲ ਸਾਹਿਬ ਵੀ ਹੁਣ 356 ਲਾਉਣ ਦੀ ਗੱਲ ਕਰ ਚੁੱਕੇ ਆ। ਹੁਣ ਲਗਾਣੀ ਨਾ ਲਗਾਣੀ ਤਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਉੱਤੇ ਹੈ ਕਿ ਉਹਨਾਂ ਨੇ ਲਗਾਣੀ ਹੈ ਕਿ ਨਹੀਂ ਲਗਾਣੀ। ਰਾਸ਼ਟਰਪਤੀ ਤਾਂ ਸਿਰਫ ਮੋਹਰ ਹੀ ਲਗਾਣਗੇ। ਇਹ ਲਗਾਣੀ ਅੱਜ ਦੀ ਤਰੀਕ 'ਚ ਬਿਲਕੁਲ ਸੌਖੀ ਨਹੀਂ। ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ। 2024 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਹੈ ਉਹ ਬਿਲਕੁਲ ਸਿਰ ਦੇ ਉੱਤੇ ਖੜੀ ਹੈ। ਪਤਾ ਨਹੀਂ 2024 ਦੀ ਹੈ ਕਿ ਹੁਣ 2023 'ਚ ਹੀ ਨਾ ਹੋ ਜੇ, ਜਿਹੜੀ ਜਿਸ ਤਰ੍ਹਾਂ ਦੇ ਹਾਲਾਤ ਚੱਲੀ ਜਾ ਰਹੇ, ਇੱਕ ਨੇਸ਼ਨ ਇੱਕ ਇਲੈਕਸ਼ਨ, ਉਹਨੂੰ ਲੈ ਕੇ ਉਹਨੂੰ ਏਦਾਂ ਲੱਗ ਰਿਹਾ ਵੀ 23 'ਚ ਹੀ ਨਾ ਨਿਬੜ ਜੇ ਕੰਮ ਉਹ। ਸੋ ਇੱਕ ਤਾਂ ਮੈਨੂੰ ਲੱਗਦਾ ਕਿ ਜਿੱਥੇ ਤੱਕ ਗਵਰਨਰ ਸਾਹਿਬ ਜਾ ਸਕਦੇ ਸੀ ਚਲੇ ਗਏ ਆ, ਉਸ ਤੋਂ ਅੱਗੇ ਉਹਨਾਂ ਕੋਲੇ ਹੁਣ ਕੋਈ ਹੈ ਨਹੀਂ ਹੈ ਕੁਝ ਕਰਨ ਨੂੰ। ਇਸੇ ਤਰ੍ਹਾਂ ਹੀ ਜਿੱਥੇ ਤੱਕ ਭਗਵੰਤ ਮਾਨ ਵੀ ਜਾ ਸਕਦੇ ਸੀ, ਭਗਵੰਤ ਮਾਨ ਵੀ ਚਲੇ ਗਏ। ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ BJP ਨੂੰ ਕਟਘਰੇ 'ਚ ਖੜਾ ਕਰਕੇ ਬਾਰ-ਬਾਰ BJP ਕਰੀ ਜਾ ਰਿਹਾ ਨਾ, ਤੇ BJP ਦੀ ਹਾਲਾਤ ਖਰਾਬ ਹੋਈ ਜਾ ਰਹੀ ਹੈ ਵੀ ਹਾਂ ਉਹ ਜਿਹੜੀ ਹੈਗੀ ਹੈ ਲੋਕਤੰਤਰ ਦੇ ਖਿਲਾਫ ਹੈ। ਮਤਲਬ ਉਹ ਗਵਰਨਰਾਂ ਰਾਹੀਂ ਬਹੁਤ ਕੁਝ ਕਰਦੀ ਹੈ। ਜਿਵੇਂ ਕਿ ਆਪਾਂ ਅੱਜ ਇੱਥੇ ਤਾਂ ਦੇਖਿਆ, ਇਸ ਕਰਕੇ
ਸੀਐਮ ਸਾਹਿਬ ਨੇ ਹੁਣ ਤੱਕ 20 ਲੈਟਰਸ ਦਾ ਜਵਾਬ ਦਿੱਤਾ ਹੈ। ਕੱਲ ਮੇਰੀ ਇੱਕ ਮਿਨਿਸਟਰ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਇੱਕ ਲੈਟਰ ਮੈਨੂੰ ਵੀ ਆਇਆ ਹੋਇਆ ਸੀਗਾ, ਮੈਂ ਤਾਂ ਤੁਰੰਤ ਹੀ ਦੇਤਾ। ਮਤਲਬ ਤੁਸੀਂ ਦੇਖੋ ਵੀ ਲੈਟਰਾਂ ਦੇ ਜਵਾਬ ਹੁਣ ਕਿੰਨੀ ਜਲਦੀ ਜਲਦੀ ਜਾ ਰਹੇ ਨੇ। ਸੋ ਇਹੀ ਗੱਲ ਤਾਂ ਪਹਿਲਾਂ ਸੀ, ਮੈਨੂੰ ਲੱਗਦਾ ਕਿ ਜੇ ਪਹਿਲਾਂ ਹੀ ਇਹ ਚੀਜ਼ਾਂ ਕਰ ਲੀਆਂ ਜਾਂਦੀਆਂ ਤਾਂ ਇੰਨਾ ਰਫੜ ਹੁਣ ਤੱਕ ਤਾਂ ਪੈਣਾ ਹੀ ਨਹੀਂ ਸੀ। ਹੁਣ ਇਹ ਇਕੱਲਾ ਪੰਜਾਬ ਦਾ ਨਹੀਂ ਹੈ, ਤੁਸੀਂ ਦੇਖੋ ਅੱਜ ਹੀ ਇਹਦੇ ਚ ਅੰਦਰਪ੍ਰੀਤ ਜੀ ਤੁਸੀਂ ਬੰਗਾਲ ਜਾਣਾ, ਮੈਨੂੰ ਪਤਾ ਹੈ। ਇਹਦੇ ਵਿੱਚ ਇੱਕ ਗੱਲ ਐ ਮਾਂ ਕਿ ਇਹ ਡਰਦੇ ਸੁਪਰੀਮ ਕੋਰਟ ਤੋਂ ਹੈ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪਾਬੰਦ ਹੋ 167 ਦੇ ਅੰਤਰਗਤ, ਵੀ ਜੋ ਇਹ ਪੁੱਛਣ ਇਹਨਾਂ ਨੂੰ ਦੱਸੋ। ਜਾਣਕਾਰੀ ਤੇ ਮੰਗਦੇ ਆ, ਜਾਨ ਥੋੜਾ ਮੰਗਦੇ ਆ। ਤੇ ਦੂਜੇ ਬੰਨੇ ਗਵਰਨਰ ਸਾਹਿਬ ਨੂੰ ਵੀ ਇਹ ਸ਼ੀਸ਼ਾ ਦੇ ਗਿਆ। ਪੰਜਾਬ ਦੇ ਵਿੱਚੋਂ ਵਿਰੋਧ ਬੜਾ ਹੋਇਆ। ਭਗਵੰਤ ਮਾਨ ਜਦੋਂ 3 ਕਰੋੜ ਪੰਜਾਬੀਆਂ ਦਾ ਦਾਅਵਾ ਕਰਦੇ ਆ, ਉਹ ਤਾਂ ਉਹਨਾਂ ਦਾ ਆਪਣਾ ਇੱਕ ਸਲੋਗਨ ਬਣ ਗਿਆ। ਪਰ ਪੰਜਾਬੀਆਂ ਨੂੰ ਚੰਗਾ ਨਹੀਂ ਲੱਗਿਆ ਕਿ ਕੋਈ ਗਵਰਨਰ ਕਵੇ ਉਹਨਾਂ ਨੇ ਜਿਹੜਾ ਮੈਂਡੇਟ ਦਿੱਤਾ, ਉਹਨਾਂ ਨੇ ਇੱਕ ਬਹੁਮਤ ਵਾਲੀ ਸਰਕਾਰ ਚੁਣੀ ਆ, ਤੁਸੀਂ ਕਹੋ ਜੀ ਅਸੀਂ ਇਹਨੂੰ ਤੋੜ ਦੇਣਾ, ਮੈਂ ਤੇ 356 ਲਵਾ ਦੂੰ। ਪੰਜਾਬੀਆਂ ਦਾ ਡਟ ਕੇ ਵਿਰੋਧ ਹੋਇਆ, ਮੀਡੀਆ 'ਚ ਹੋਇਆ, ਵਿਰੋਧੀਆਂ ਨੇ ਵੀ ਸਾਰਿਆਂ ਨੇ ਦੱਬੀ ਜ਼ਬਾਨ 'ਚ ਕਿਹਾ ਵੀ ਗਵਰਨਰ ਸਾਹਿਬ ਨੂੰ ਜਵਾਬ ਦੇਣੇ ਚਾਹੀਦੇ, ਮੁੱਖ ਮੰਤਰੀ ਨੂੰ ਨਿਯਮਾਂ ਦੇ ਤਹਿਤ ਰਹਿਣਾ ਚਾਹੀਦਾ। ਪਰ ਗਵਰਨਰ ਗਲਤ ਕਹਿ ਰਹੇ, ਕਾਂਗਰਸ ਨੇ ਵੀ ਕਿਹਾ, ਅਕਾਲੀ ਦਲ ਨੇ ਵੀ ਕਿਹਾ। ਸੋ ਗਵਰਨਰ ਸਾਹਿਬ ਨੂੰ ਆਪਣੀ ਉਸ ਗੱਲ ਤੇ ਸਪੋਰਟ ਨਹੀਂ ਮਿਲੀ, ਉਹ ਵੀ ਠੰਡੇ ਹੋ ਗਏ। ਮੈਨੂੰ ਲੱਗਦਾ ਜਦੋਂ ਕੁਝ ਨਵਾਂ ਨਾ ਹੋ ਸਕਦਾ ਹੋਵੇ, ਫਿਰ ਬੰਦਾ ਪਹਿਲੀ ਤਨਖਾਹ ਤੇ ਕੰਮ ਕਰਨ ਨੂੰ ਰਾਜੀ ਹੋ ਜਾਂਦਾ। ਦੋਵੇਂ ਪਹਿਲੀ ਤਨਖਾਹ ਤੇ ਆ ਗਏ ਲੱਗਦੇ। ਕੀ ਕਹਿੰਦੇ ਹੋ? ਮਤਲਬ ਅਸਲ 'ਚ ਨਾ ਪੰਜਾਬ ਦੇਖੋ, ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਪੀੜਿਤ ਹੈ 356 ਦਾ। ਜਿੰਨੀਆਂ ਸਰਕਾਰਾਂ ਪੰਜਾਬ ਦੀਆਂ ਟੁੱਟੀਆਂ ਨੇ, ਇੰਨੀਆਂ ਤਾਂ ਮੈਨੂੰ ਲੱਗਦਾ ਪੂਰੇ ਕੰਟਰੀ 'ਚ ਕਿਸੇ ਹੋਰ ਪ੍ਰਦੇਸ਼ ਦੀਆਂ ਟੁੱਟੀਆਂ ਨਹੀਂ ਹੋਣੀਆਂ ਜਿੰਨੀਆਂ ਸਾਡੀਆਂ ਟੁੱਟੀਆਂ ਨੇ। ਸੋ ਸਾਡੇ ਪੰਜਾਬੀ ਤਾਂ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਨੇ ਵੀ ਯਾਰ ਇਹ ਜਿਹੜੇ ਵੀ ਮੈਂਡੇਟ ਲੋਕ ਦਿੰਦੇ ਨੇ, ਉਹਨੂੰ ਕਿਵੇਂ ਇੱਕ 356 ਲਗਾ ਕੇ ਤੁਸੀਂ ਤੋੜ ਸਕਦੇ ਹੋ। ਸੋ ਇਸ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ, ਖਾਸ ਤੌਰ ਤੇ ਕਾਂਗਰਸ ਨੇ ਜਿਸ ਤਰ੍ਹਾਂ ਦਾ ਸਟੈਂਡ ਲਿੱਤਾ ਹੈ, ਤੁਸੀਂ ਦੇਖ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਹੀ ਸਾਡੀਆਂ ਸਰਕਾਰਾਂ ਤੋੜਦੀ ਰਹੀ ਹੈ ਪੰਜਾਬ ਦੀਆਂ, ਪਰ ਹੁਣ ਤੁਸੀਂ ਦੇਖੋ ਕਾਂਗਰਸ ਹੀ ਸਭ ਤੋਂ ਵੱਧ ਵਿਰੋਧ 'ਚ ਖੜੀ ਹੋ ਗਈ। ਅਕਾਲੀ ਦਲ ਵਿਰੋਧ 'ਚ ਖੜਾ ਹੋ ਗਿਆ। ਅਕਾਲੀ ਦਲ ਤਾਂ ਕਿਹਾ ਸ਼ੁਰੂ ਤੋਂ ਹੀ ਵਿਰੋਧ 'ਚ ਹੈ, ਕਿਉਂਕਿ ਉਹਨਾਂ ਦੀਆਂ ਸਰਕਾਰਾਂ ਟੁੱਟਦੀਆਂ ਰਹੀਆਂ ਨੇ, ਉਹ ਵੀ ਵਿਰੋਧ 'ਚ ਖੜਾ ਹੋ ਗਿਆ। ਸੋ ਪਾਰਟੀ ਨੂੰ ਕਿਤੇ ਵੀ ਮੌਕਾ ਨਹੀਂ, ਰਾਜਪਾਲ ਸਾਹਿਬ ਨੂੰ ਕਿਤੇ ਵੀ ਜਿਹੜਾ ਹੈਗਾ ਸਮਰਥਨ ਮਿਲਿਆ ਹੀ ਨਹੀਂ। ਪਰ ਇੱਥੇ ਨਾਲ ਨਾਲ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਵੀ ਜੇ ਸੁਪਰੀਮ ਕੋਰਟ 'ਚ ਵੀ ਮੰਨ ਲਓ ਚਲੇ ਜਾਂਦੇ ਆ, ਤਾਂ ਸੁਪਰੀਮ ਕੋਰਟ 'ਚ ਜਾ ਕੇ ਕਹਿਣਗੇ ਕੀ? ਉੱਥੇ ਤਾਂ ਕਹਿਣਾ ਹੀ ਪਊਗਾ ਨਾ। ਜੇ ਸੁਪਰੀਮ ਕੋਰਟ ਨੇ ਪੁੱਛਿਆ ਵੀ ਹਾਂ ਤੁਸੀਂ ਗਵਰਨਰ ਸਾਹਿਬ ਦੀ ਚਿੱਠੀਆਂ ਦਾ ਜਵਾਬ ਦਿੱਤਾ ਕਿ ਨਹੀਂ ਦਿੱਤਾ, ਜਦੋਂ ਅਸੀਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ, ਤਾਂ ਨੈਚੁਰਲੀ ਉਹ ਕਹਿਣਗੇ ਵੀ ਸਰ ਅਸੀਂ ਦਿੱਤਾ ਹੀ ਨਹੀਂ ਜੀ। ਤਾਂ ਉੱਥੇ ਮਤਲਬ ਇਹਨਾਂ ਲਈ ਸਟੈਂਡ ਲੈਣਾ ਹੀ ਮੁਸ਼ਕਿਲ ਹੋ ਜਾਣਾ। ਇਹਨਾਂ ਨੇ ਇਹ ਸੋਚਿਆ ਵੀ ਜਦੋਂ ਪਿਛਲੀ ਵਾਰੀ ਗਵਰਨਰ ਸਾਹਿਬ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਜਵਾਬ ਦੇਣ ਦੀ ਬਜਾਏ ਅਜੇ ਅੰਦਰ ਬਹਿਸ ਸ਼ੁਰੂ ਹੋਣੀ ਸੀ ਤੇ ਉਹ ਬਾਰ-ਬਾਰ ਹੀ ਪਰਮਿਸ਼ਨ ਦੇ ਗਏ ਸੀ ਉਹਦੀ, ਵਿਧਾਨ ਸਭਾ ਦੇ ਸੈਸ਼ਨ ਦੀ। ਯਾਦ ਹੈ ਤੁਹਾਨੂੰ? ਇਹ ਨਾ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਕਿਸੇ ਐਡਵੋਕੇਟ ਨੂੰ ਜਾ ਕੇ ਕਹਿਣਾ ਪਵੇ ਉਹ ਤਾਂ ਅਸੀਂ ਰਾਤੀ ਤੇ ਦਿੱਤੇ ਸੀ ਜੀ ਜਵਾਬ ਸੁਪਰੀਮ ਕੋਰਟ ਨੂੰ। ਸੋ ਇਹਨਾਂ ਨੂੰ ਲੱਗਿਆ ਵੀ ਇੱਕ ਰਾਤ ਜਾਂ 2 ਘੰਟੇ ਜਾਂ 3 ਘੰਟੇ ਪਹਿਲਾਂ ਦੀ ਬਜਾਏ ਹੁਣ ਇਹ ਸਮੇਂ ਸਿਰ ਹੀ ਦੇ ਦਿਓ, ਬਹੁਤੀ ਕਿਰਕਰੀ ਨਾ ਹੋਵੇ। ਹਾਂਜੀ, ਬਿਲਕੁਲ ਠੀਕ ਹੈ। ਅੱਜ ਕੱਲ ਜਿੰਨੇ ਵੀ ਇਹਨਾਂ ਦੀ ਐਡਵੋਕੇਟ ਜਨਰਲਾਂ ਦੀ ਟੀਮ ਹੈ, ਉਹ ਮੈਨੂੰ ਲੱਗਦਾ ਮੈਨੂੰ ਲੜਦੀ ਤਾਂ ਕਿਤੇ ਦਿਖਦੀ ਹੀ ਨਹੀਂ ਹੈ। ਉਹ ਪਹਿਲੀ ਜਿਹੜੀ ਪੇਸ਼ੀ ਹੁੰਦੀ ਹੈ ਨਾ, ਉਸ ਤੋਂ ਜਿਹੜਾ ਜੱਜ ਦਾ ਮੂਡ ਹੁੰਦਾ ਹੈ, ਉਹੀ ਭਾਂਪਦੇ ਹੋਏ ਹੀ ਫੈਸਲਾ ਲੈਂਦੇ ਆ ਵੀ ਲੜਨਾ ਹੈ ਕਿ ਨਹੀਂ ਲੜਨਾ। ਔਰ ਜ਼ਿਆਦਾਤਰ ਕੇਸਾਂ 'ਚ ਹੁੰਦਾ ਕਿ ਲੜਨਾ ਹੀ ਨਹੀਂ ਹੈਗਾ, ਛੱਡੋ ਪਰਾਂ, ਆਪਾਂ ਜੋ ਮੰਗ ਰਿਹਾ ਬੰਦਾ ਉਹਨੂੰ ਦੋ। ਇਸੇ ਤਰ੍ਹਾਂ ਹੀ ਤੁਸੀਂ ਦੇਖ ਚੁੱਕਿਆ 2-3 ਕੇਸ ਤਾਂ ਆਪਣੇ ਆਲਰੇਡੀ ਹੋ ਚੁੱਕੇ ਆ। ਚਾਹੇ ਆਪਾਂ ਹੁਣੀ ਪਿੱਛੇ ਜੇ ਪੰਚਾਇਤ ਚੋਣਾਂ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ ਮਨੀਸ਼ਾ ਗੁਲਾਟੀ ਹੋਣੀ ਜਿਹੜੇ ਚੇਅਰਪਰਸਨ ਸੀ, ਉਹਨਾਂ ਦੀ ਗੱਲ ਕਰੀਏ। ਸੋ ਉਹ ਲੜਦੇ ਤਾਂ ਕਿ ਦਿਖਦੇ ਹੀ ਨਹੀਂ ਹੈ। ਸੋ ਇਹ ਤੁਹਾਡੀ ਗੱਲ ਠੀਕ ਹੈ ਵੀ ਜੇ ਇਹੋ ਜਿਹਾ ਹੀ ਮਾਮਲਾ ਕਿਤੇ ਸੁਪਰੀਮ ਕੋਰਟ 'ਚ ਵੀ ਆ ਜਾਂਦਾ, ਉੱਥੇ ਵੀ ਐਡਵੋਕੇਟ ਜਨਰਲਾਂ ਦੀ ਤਾਂ ਟੀਮ ਤਾਂ ਇਹੀ ਹੈ ਨਾ, ਇਹਨਾਂ ਨੇ ਵੀ ਕਹਿ ਦੇਣਾ ਸੀ ਵੀ ਠੀਕ ਹੈ ਜੀ ਅਸੀਂ ਤਾਂ ਸਾਰੇ ਜਵਾਬ ਦੇਤੇ ਹੈ। ਇਹ ਜੇ ਤੁਸੀਂ ਮੈਨੂੰ ਕਹੋ ਭਾਸਕਰ ਸਾਹਿਬ ਨੂੰ ਸ਼ਾਮਲ ਕਰ ਲਈਏ, ਅਸੀਂ 11ਵੇਂ ਮਿੰਟ 'ਚ ਦਾਖਲ ਹੋ ਚੱਲੇ ਆ। ਭਾਸਕਰ ਸਾਹਿਬ ਇਹ ਗਾਂਧੀਅਨ ਥਿਊਰੀ ਤੇ ਕੰਮ ਕਰਦੇ ਆ, ਆਪਣੇ ਐਡਵੋਕੇਟ ਜਨਰਲ ਦਫ਼ਤਰ ਵਾਲੇ। ਆਪਾਂ ਲੜਨਾ ਨਹੀਂ, ਲੜਨ 'ਚ ਰੱਖਿਆ ਕੀ ਹੈ? ਆਪਾਂ ਸਾਰਿਆਂ ਨੂੰ ਤਾਂ ਕਹਿੰਦੇ ਆ ਸਾਰੇ ਸਾਧ ਸੰਤ ਗੁਰੂਆਂ ਪੀਰਾਂ ਦੀ ਧਰਤੀ ਆ, ਇੱਕੋ ਹੋਕਾ ਆ ਵੀ ਲੜਨ 'ਚ ਕੀ ਰੱਖਿਆ? ਪਿਆਰ ਨਾਲ ਜਿੱਤੋ। ਸੋ ਮੈਨੂੰ ਲੱਗਦਾ ਉਹ ਪਿਆਰ ਨਾਲ ਹੀ ਕਹਿੰਦੇ ਜੀ ਜੋ ਮੰਗਦੇ ਦਿਓ ਸਰਕਾਰ ਜੀ, ਤੁਸੀਂ ਵੱਡੇ ਹੋ, ਵੱਡੀ ਥਾਂ, ਜਿਹੜਾ ਮੰਗਣ ਆਉਂਦਾ ਉਹਨੂੰ ਦਿਓ। ਇਹ ਤਾਂ ਫਰਿਆਦੀ ਨੇ ਸਾਰੇ। ਸੋ ਮੈਨੂੰ ਲੱਗਦਾ ਇਨਸਾਫ ਜ਼ਿਆਦਾ ਹੋ ਰਿਹਾ। ਕੀ ਕਹਿੰਦੇ ਹੋ? ਜਿਸ ਤਰੀਕੇ ਨਾਲ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਦੀ ਚਿੱਠੀ ਵਾਲੀ ਲੜਾਈ ਹੈ, ਏਦਾਂ ਲੱਗਦਾ ਜਿੱਦਾਂ ਕੋਈ ਕਲਾਸਰੂਮ ਦੇ ਵਿੱਚ ਨਾ ਇੱਕ ਦੂਜੇ ਵੱਲ ਜਹਾਜ਼ ਬਣਾ ਕੇ ਕਾਗਜ਼ ਦਾ ਨਹੀਂ ਸੁੱਟਦਾ ਹੁੰਦਾ ਕਿ ਲੈ ਮੇਰਾ ਜਹਾਜ਼ ਆ ਗਿਆ। ਹੁਣ ਜਿਸ ਤਰੀਕੇ ਨਾਲ ਗੱਲ ਆ ਰਹੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਚਿੱਠੀਆਂ ਦੇ ਜਵਾਬ ਦੇ ਦਿੱਤੇ ਨੇ, ਉਹ ਜਵਾਬ ਹਜੇ ਤੱਕ ਲੀਕ ਨਹੀਂ ਹੋਏ। ਨਾ ਤੇ ਭਗਵੰਤ ਮਾਨ ਵਾਲੀ ਸਾਈਡ ਤੋਂ ਲੀਕ ਹੋਏ ਨੇ, ਨਾ ਹੀ ਗਵਰਨਰ ਸਾਹਿਬ ਦੀ ਸਾਈਡ ਤੋਂ ਲੀਕ ਹੋਏ ਨੇ ਵੀ ਜਵਾਬ ਆ ਗਏ।
ਕੁਲਦੀਪ ਚਹਿਲ ਉਹਨਾਂ ਦੀ ਅਪਾਇੰਟਮੈਂਟ ਦੇ ਉੱਤੇ ਪੁੱਛੇ ਗਏ ਸਵਾਲ, ਪ੍ਰਿੰਸੀਪਲਾਂ ਦੇ ਸਿੰਗਾਪੁਰ ਭੇਜੇ ਜਾਣ ਤੇ ਪੁੱਛੇ ਹੋਏ ਸਵਾਲ, ਵੀਸੀ ਦੀ ਨਿਯੁਕਤੀ ਦੇ ਉੱਤੇ ਫਿਰ ਹੋਰ ਕਈ ਸਵਾਲ ਜਿਹਦੇ ਉੱਤੇ ਸਰਕਾਰ ਦੀ ਜਵਾਬਦੇਹੀ ਬਣਦੀ ਸੀ। ਜਵਾਬ ਕੀ ਦਿੱਤੇ ਹੈ ਨਹੀਂ ਪਤਾ। ਗਵਰਨਰ ਸਾਹਿਬ ਉਹਨਾਂ ਜਵਾਬਾਂ ਤੋਂ ਸੈਟੀਸਫਾਈਡ ਨੇ ਜਾਂ ਕੋਈ ਹੋਰ ਚਿੱਠੀਆਂ, ਕੋਈ ਸਪਲੀਮੈਂਟਰੀ ਚਿੱਠੀਆਂ ਹੋਰ ਭੇਜੀਆਂ ਹੋਣ। ਚਲੋ ਇਹ ਚਿੱਠੀ ਖੇਡ ਰਹੇ ਨੇ, ਇਹਦਾ ਕੋਈ ਬਹੁਤਾ ਅਕਸ ਜਾਂ ਬਹੁਤਾ ਕੋਈ ਪੰਜਾਬ ਦੀ ਰਾਜਨੀਤੀ ਦੇ ਉੱਤੇ ਅਸਰ ਹੁੰਦਾ ਹੋਇਆ ਨਹੀਂ ਲੱਗਦਾ। ਭਾਸਕਰ ਸਾਹਿਬ ਇਹ ਵੇਖਣ ਵਾਲੀ ਗੱਲ ਆ ਵੀ ਕੀ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ ਇਹ ਵੀ ਚਿੱਠੀ ਲਿਖੀ ਗਈ ਹੈ ਕਿ ਸਾਡੇ 4 ਬਿੱਲ ਤੁਹਾਡੇ ਕੋਲ ਪਏ ਆ ਕਾਨੂੰਨ ਬਣਨ ਲਈ, ਕਿਰਪਾ ਸਾਈਨ ਕਰ ਦਿਓ। ਦੂਜੀ ਗੱਲ, ਕੀ ਵਿਜੀਲੈਂਸ ਕਮਿਸ਼ਨ ਵਾਲਾ ਪੁਰਾਣਾ ਮਨੀ ਬਿੱਲ ਕਹਿ ਕੇ ਰਾਜਪਾਲ ਸਾਹਿਬ ਨੇ ਜਿਹੜਾ ਪਾਸੇ ਰੱਖਿਆ ਹੋਇਆ, ਉਹਦੇ ਬਾਰੇ ਵੀ ਕੋਈ ਚਿੱਠੀ ਲਿਖੀ ਆ? ਕਿਉਂਕਿ ਐਸੀ ਚਿੱਠੀ ਤਾਂ ਜ਼ਰੂਰ ਲੀਕ ਹੁੰਦੀ ਹੈ। ਇਹਦਾ ਮਤਲਬ ਹੈ ਠੰਡ ਢਣੋੜਾ ਕਿਤੇ ਕੋਈ ਪਰਦੇ ਪਿਛਲਾ ਚੈਨਲ ਚੱਲ ਪਿਆ ਲੱਗਦਾ, ਜਿਹਨੇ ਕਿਤੇ ਚਾਹ ਚੂਤ ਨਹੀਂ ਅੰਦਰ ਵੜ ਕੇ ਪਵਾਇਆ ਪਿਆ। ਕੀ ਕਹਿੰਦੇ? ਦੇਖੋ, ਜਿਸ ਤਰੀਕੇ ਨਾਲ ਚਿੱਠੀਆਂ ਨਹੀਂ ਲੀਕ ਹੋ ਰਹੀਆਂ, ਔਰ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਇਸ ਮੁੱਦੇ ਤੇ ਚਿੱਠੀ ਲਿਖੀ ਕਿ ਨਹੀਂ ਲਿਖੀ, ਲਿਖਣੀ ਚਾਹੀਦੀ ਸੀ। ਜੇ ਨਹੀਂ ਲਿਖੀ ਤੇ ਗਲਤ ਗੱਲ ਹੈਗੀ ਹੈ, ਜੇ ਲਿਖੀ ਹੈ ਤੇ ਲੀਕ ਨਹੀਂ ਹੋ ਰਹੀ, ਆਪਣੇ ਆਪ ਵਿੱਚ ਕਿਸੇ ਨਾ ਕਿਸੇ ਜਗ੍ਹਾ ਪੈਚਅਪ ਲੱਗਦਾ। ਤੁਸੀਂ ਇਹ ਦੇਖੋ ਕਿ ਸਾਡੇ ਵਾਲੇ ਗਵਰਨਰ ਸਾਹਿਬ ਦੀ ਲੜਾਈ ਤੇ ਫਿਰ ਵੀ ਚਿੱਠੀਆਂ ਤੱਕ ਹੀ ਸੀਮਿਤ ਹੈ। ਜਿਹੜੇ ਦੂਜੇ ਗੈਰ ਭਾਜਪਾ ਸੂਬੇ ਹੈਗੇ ਨੇ ਉੱਥੇ ਤੇ ਲੜਾਈ ਗਾਂਹ ਲੰਘ ਗਈਆਂ। ਹੁਣ ਵੈਸਟ ਬੰਗਾਲ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਔਰ 16 ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉੱਥੇ ਤੇ ਗਵਰਨਰ ਸਾਹਿਬ CV ਆਨੰਦਾ ਬੋਸ ਉਹਨਾਂ ਨੇ ਆਪਣੇ ਤੌਰ ਤੇ ਲਾਤੇ, ਔਰ ਉਸ ਤੋਂ ਬਾਅਦ ਸਟੇਟ ਗਵਰਨਮੈਂਟ ਦੀ ਯੂਨੀਵਰਸਿਟੀ ਦੇ ਮੈਨੇਜਮੈਂਟ ਨੂੰ ਲੈ ਕੇ ਪਾਰਟਿਸਿਪੇਸ਼ਨ, ਕੰਟਰੀਬਿਊਸ਼ਨ, ਇਨਫਲੂਐਂਸ ਉਹ ਜ਼ੀਰੋ ਕਰਤਾ। ਉੱਥੇ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹ ਬਾਰ-ਬਾਰ ਕਹਿ ਰਹੇ ਨੇ, ਕਿਉਂਕਿ ਇਹ ਪਹਿਲਾ ਮਸਲਾ ਨਹੀਂ ਹੈ। ਜਦ ਏਦਾਂ ਦੇ ਇੰਟਰੀਮ ਵਾਈਸ ਚਾਂਸਲਰ ਲਾਏ ਹੋਣ, ਪਹਿਲੇ ਵੀ ਲਾਏ ਸੀਗੇ, ਔਰ ਕੁਝ ਯੂਨੀਵਰਸਿਟੀ ਦਾ ਤੇ ਫ੍ਰੀਜ਼ ਵੀ ਕਰ ਦਿੱਤੇ ਗਏ ਸੀ ਅਕਾਊਂਟ, ਪਰ ਆਬਜੈਕਸ਼ਨ ਹੋਇਆ ਸੀ। ਬਾਅਦ ਚੋਂ ਥੋੜਾ ਜਿਹਾ ਢਿੱਲ ਗਵਰਨਰ ਸਾਹਿਬ ਦੀ ਤਰਫੋਂ ਨਜ਼ਰ ਆਈ, ਪਰ ਐਤਕੀ ਗਵਰਨਰ ਸਾਹਿਬ ਨੇ ਡਟ ਕੇ ਸੰਡੇ ਨੂੰ 7 ਤੇ ਮੰਡੇ ਨੂੰ ਹੋਰ ਬਾਕੀ ਦੇ ਬੱਚੇ 16 ਕਰਤੇ ਪੂਰੇ, ਉਹਨਾਂ ਨੇ ਵਾਈਸ ਚਾਂਸਲਰ ਉਹ ਨਿਯੁਕਤ ਕਰਦੇ ਨੇ। ਹੁਣ ਐਜੂਕੇਸ਼ਨ ਮਿਨਿਸਟਰ ਕਹਿ ਰਹੇ ਨੇ ਅਸੀਂ ਵੀ ਆਪਣੇ ਪੱਧਰ ਤੇ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਇਦਾਂ ਦੇ ਵਾਈਸ ਚਾਂਸਲਰ ਨਿਯੁਕਤ ਕਰ ਦਈਏ। ਹੁਣ ਇੱਕੋ ਹੀ ਯੂਨੀਵਰਸਿਟੀ ਤੇ 2 ਵਾਈਸ ਚਾਂਸਲਰ, ਉਹ ਵੀ ਇੰਟਰੀਮ, ਉਹ ਕਿੱਦਾਂ ਹੋਏਗਾ? ਇਹ ਲੜਾਈ ਕੇਰਲਾ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਹੋਰ ਕਈ ਸੂਬਿਆਂ ਦੇ ਵਿੱਚ ਗਵਰਨਰਾਂ ਤੇ ਸੂਬਿਆਂ ਦੇ ਚੀਫ ਮਿਨਿਸਟਰਾਂ ਨਾਲ ਵੱਧ ਰਹੀ ਹੈ। ਪਰ ਸਾਡੇ ਇੱਥੇ ਥੋੜੀ ਠੰਡੀ ਜੀ ਚੱਲ ਰਹੀ ਹੈ, ਮਿੱਠੀ ਜੀ। ਜਵਾਬ ਦੇਤੇ ਉਹਦਾ ਜ਼ਿਕਰ ਨਹੀਂ ਹੈਗਾ, ਜਵਾਬ ਨਹੀਂ ਦਿੱਤੇ ਉਹਦਾ ਜ਼ਿਕਰ ਜ਼ਿਆਦਾ ਹੁੰਦਾ। ਇੰਦਰਪ੍ਰੀਤ ਜੀ, ਵੈਸੇ ਤਾਂ ਆਪਾਂ ਜਾਣਾ ਅਗਲੇ ਮੁੱਦੇ ਤੇ, ਉਹ ਬੜਾ ਅਹਿਮ ਆ। ਤੁਸੀਂ ਕੱਲ ਦੇਰ ਸ਼ਾਮ ਨਾਲ ਜ਼ਿਕਰ ਕਰ ਰਹੇ ਸੀ ਕਿ ਕਾਂਗਰਸੀਆਂ ਨੇ ਸਾਰੇ ਸਿਟਿੰਗ MLA ਜਿਨ੍ਹਾਂ ਇਲੈਕਸ਼ਨ ਲੜੀ ਉਮੀਦਵਾਰ, ਉਹ ਆਪਣੇ ਜ਼ਿਲ੍ਹਾ ਪ੍ਰਧਾਨ ਸਾਰੇ ਸੱਦੇ ਹੋਇਆ। ਰਾਜਾ ਵੜਿੰਗ ਨੇ ਆਪਣੀ ਫੇਸਬੁੱਕ ਦੀਵਾਰ ਤੇ ਵੀ ਲਿਖਿਆ ਹੋਇਆ ਸੀ। ਹੁਣ ਬਾਜਵਾ ਸਾਹਿਬ ਵੀ ਕੁਝ ਕਹਿ ਰਹੇ ਆ। ਉਹ ਸਾਰੀਆਂ ਗੱਲਾਂ ਨੂੰ ਕਲੱਬ ਕਰ ਦਿਓ ਕਿ ਅੱਜ ਇਹਨਾਂ ਨੇ ਕੰਸੈਂਸਸ ਬਣਾਉਣਾ, ਇੱਕ ਆਮ ਰਾਏ ਬਣਾਉਣੀ ਆ ਕਿ ਆਪਾਂ ਹੁਣ ਸੱਤਾਧਾਰੀਆਂ ਨਾਲ ਜੱਫੀ ਪਾ ਹੀ ਲਈਏ। ਹੁਣ ਉੱਪਰ ਵਾਲਿਆਂ ਨੂੰ ਵੇਖਣ ਦੀ ਲੋੜ ਨਹੀਂ, ਥੱਲਿਓਂ ਫੈਸਲਾ ਕਰਕੇ ਉੱਪਰ ਭੇਜੋ ਵੀ ਅਸੀਂ ਸਹਿਮਤ ਹਾਂ, ਕਿਉਂਕਿ ਉੱਪਰ ਵਾਲੇ ਗੱਠਜੋੜ ਬਣਾਉਂਦੇ 30 ਸਤੰਬਰ ਤੱਕ ਕੋਈ ਰੂਪ ਰੇਖਾ ਆਉਂਦੀ ਵੀ ਕਿੱਥੇ ਕਿਵੇਂ ਲੈਣ ਦੇਣ ਕਰਨਾ। ਉਸ ਤੋਂ ਪਹਿਲਾਂ ਅਸੀਂ ਲਾਡਲੇ ਪੁੱਤ ਬਣ ਕੇ ਅਸੀਂ ਤੁਹਾਡੇ ਪੂਰੇ ਓਬੀਡੀਐਂਟ ਆਗਿਆਕਾਰੀ ਬॉय ਦੇ ਰੂਪ ਦੇ ਵਿੱਚ ਪੇਸ਼ ਹੋ ਜਾਈਏ। ਕਿਤੇ ਵੜਿੰਗ ਸਾਹਿਬ ਦਾ ਇਹ ਮਨ ਹੈ। ਵੈਸੇ ਮਾੜੀ ਵਿੱਚ ਬਾਜਵਾ ਸਾਹਿਬ ਲੱਤ ਅੜਾਉਂਦੇ ਆ, ਕੱਢ ਲੈਂਦੇ ਆ, ਲੱਤ ਅੜਾਉਂਦੇ ਕੱਢ ਲੈਂਦੇ, ਇਹਦੇ ਤੇ ਜਾਇਓ। ਪਰ ਵੈਸੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿੱਦਣ ਕੋਈ ਸੁਰਖੀ ਨਹੀਂ ਹੋਊਗੀ, ਮੁੱਖ ਮੰਤਰੀ ਸਾਹਿਬ ਦੇ ਕਹਿਣ ਲਈ ਕੁਝ ਨਹੀਂ ਹੋਊਗਾ, ਉਦੋਂ ਫਿਰ ਕੋਈ ਚਿੱਠੀ ਲਿਖਤੀ ਜਾਊਗੀ ਨਾ ਕਿ ਪੁਰਾਣੇ ਪਏ ਬਿੱਲਾਂ ਨੂੰ ਕਾਨੂੰਨ ਰੂਪ ਚ ਗਵਰਨਰ ਸਾਹਿਬ ਲਿਖ ਦਿਓ, ਸਾਡਾ ਸੰਵਿਧਾਨਕ ਸੀਗਾ, ਉਹ ਗੈਰ ਸੰਵਿਧਾਨਕ ਨਹੀਂ ਸੀ। ਕੀ ਕਹਿੰਦੇ ਹੋ? ਬਿਲਕੁਲ ਲਿਖਣਾ ਪਊਗਾ ਜੀ। ਉਸ ਤੋਂ ਬਾਅਦ ਹੁਣ ਕਿਉਂਕਿ ਅਦਰਵਾਈਜ਼ ਉਹ 3 ਬਿੱਲ ਜਿਹੜੇ ਹੈਗੇ ਨੇ, 4 ਬਿੱਲ ਸੌਰੀ ਉੱਥੇ ਪਏ ਨੇ, 3 ਤਾਂ ਬੜੇ ਕੰਟਰੋਵਰਸੀਅਲ ਹੀ ਨੇ, ਉਹ ਲਟਕੇ ਪਏ ਹੈ। ਪਹਿਲਾਂ ਦੇ ਵੀ 3 ਬਿੱਲ ਪਏ ਹੈ ਤੇ 2 ਪਿਛਲੀ ਸਰਕਾਰ ਦੇ ਪਏ ਆ, ਨਹੀਂ ਟੋਟਲ ਹੁਣ 8 ਬਿੱਲ ਜਿਹੜੇ ਹੈਗੇ ਆ ਗਵਰਨਰ ਸਾਹਿਬ ਕੋਲੇ ਪੈਂਡਿੰਗ ਹੋ ਗਏ ਆ। ਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਰਟੀਕਲ ਜਿਹੜਾ 200 ਹੈਗਾ ਉਹਦੇ ਅਧੀਨ ਇਹ ਹੈ ਕਿ ਜੇ ਤੁਹਾਨੂੰ ਬਿੱਲ ਠੀਕ ਨਹੀਂ ਲੱਗ ਰਿਹਾ ਤਾਂ ਤੁਹਾਨੂੰ ਬਿੱਲ ਵਾਪਿਸ ਕਰ ਦੇਣਾ ਚਾਹੀਦਾ ਹੈ, ਗਵਰਨਰ ਨੂੰ ਵਾਪਿਸ ਕਰਨਾ ਹੁੰਦਾ ਤਾਂ ਕਿ ਇਹਨੂੰ ਰੀਕਨਸੀਡਰ ਕੀਤਾ ਜਾ ਸਕੇ, ਜਾਂ ਜੇ ਸਰਕਾਰ ਕਹੇ ਵੀ ਨਹੀਂ ਠੀਕ ਹੀ ਹੈ ਤਾਂ ਉਹ ਦੁਬਾਰਾ ਪਾਸ ਕਰਕੇ ਭੇਜ ਦਿੰਦੇ, ਫਿਰ ਗਵਰਨਰ ਕੋਲੇ ਕੋਈ ਰਾਈਟ ਨਹੀਂ ਹੁੰਦਾ, ਉਹਨੂੰ ਪਾਸ ਕਰਨਾ ਹੀ ਪੈਂਦਾ। ਦੂਜੀ ਗੱਲ ਜਿਹੜੀ ਹੁਣ ਹੈਗੀ ਹੈ ਕਾਂਗਰਸ ਦੀ, ਕਾਂਗਰਸ ਦੇ ਉਹਦੇ ਚ ਇੱਕ ਕਲੈਰਿਟੀ ਹੋਰ ਦੇ ਦਿਓ। ਗਵਰਨਰ ਸਾਹਿਬ ਨੇ ਜਦੋਂ ਪਿਛਲੀ ਵਾਰੀ ਇਹ ਕਿਹਾ ਸੀ ਨਾ ਕਿ ਇਹ ਤੁਹਾਡਾ ਸੈਸ਼ਨ ਗੈਰ ਕਾਨੂੰਨੀ ਸੀਗਾ ਔਰ ਇਹਦੇ ਜਿਹੜੇ ਬਿੱਲ ਤੁਸੀਂ ਪਾਸ ਕੀਤੇ ਆ ਇਹਦੀ ਸੰਵਿਧਾਨਕਤਾ ਮੈਂ ਚੈੱਕ ਕਰਨੀ ਆ, ਪਰਖਣੀ ਆ। ਅਜੇ ਤੱਕ ਉਹਨਾਂ ਨੇ ਇਸ ਸੰਬੰਧੀ ਉਹਨਾਂ 2 ਗੱਲਾਂ ਕਹੀਆਂ ਸੀ ਕਿ ਮੈਂ ਕਾਨੂੰਨੀ ਰਾਏ ਵੀ ਲੈ ਰਿਹਾ ਤੇ ਇਹ ਮੈਂ ਅੱਗੇ ਵੀ ਭੇਜ ਸਕਦਾ, ਇਹੀ ਕਿਹਾ ਸੀ ਨਾ ਜੀ।
ਹੁਣ ਅਜੇ ਤੱਕ ਗਵਰਨਰ ਸਾਹਿਬ ਨੇ ਕਾਨੂੰਨੀ ਰਾਏ ਲਈ ਕਿ ਨਹੀਂ ਲਈ, ਜਾਂ ਉਹਨਾਂ ਨੇ ਗਾਂ ਰਾਸ਼ਟਰਪਤੀ ਨੂੰ ਜਾਂ ਗ੍ਰਹਿ ਮੰਤਰਾਲੇ ਨੂੰ ਜਾਂ ਕਿਤੇ ਵੀ ਜਿੱਥੇ ਉਹਨਾਂ ਆਪਣੇ ਉੱਪਰ ਭੇਜਣਾ ਹੁੰਦਾ, ਕੋਈ ਸੰਵਿਧਾਨਕ ਚੀਜ਼ਾਂ ਹੋਣਗੀਆਂ, ਸਾਨੂੰ ਕੀ ਪਤਾ, ਦੇਸੀ ਪਿੰਡਾਂ ਵਾਲਿਆਂ ਨੂੰ। ਤਾਂ ਮਤਲਬ ਉਹਦੇ ਤੇ ਮਾੜਾ ਜਿਹਾ ਦੱਸ ਦਿਓ ਵੀ ਇਹ ਉਹਨਾਂ ਨੱਪ ਕੇ ਹੀ ਬਹਿ ਗਏ ਨੇ, ਵਾਪਸ ਤਾਂ ਕੀ ਭੇਜਣੇ ਸੀ, ਉਹ ਕਹਿੰਦੇ ਮੈਂ ਗਾਂ ਦੀ ਗਾਂ ਤੋਰਨੇ ਆ, ਕੁਝ ਵੀ ਨਹੀਂ ਹੋਇਆ ਨਾ। ਮੇਰੇ ਕੋਲ ਉਹਨਾਂ ਨੇ ਦੇਖੋ ਜਿੰਨਾ ਉਹਨਾਂ ਤੋਂ ਪੁੱਛਿਆ ਸੀਗਾ ਤਾਂ ਉਹ ਉਹਨਾਂ ਕੋਲ ਹੀ ਪਿਆ ਬਿੱਲ, ਉਹਨਾਂ ਨੇ ਅੱਗੇ ਤੋਰੇ ਹੀ ਨਹੀਂ ਹੈ, ਕਿਉਂਕਿ ਉਹ ਕਹਿ ਰਿਹਾ ਕਿ ਜਿਹੜਾ ਸੈਸ਼ਨ ਬੁਲਾਇਆ ਉਹ ਗੈਰ ਸੰਵਿਧਾਨਕ ਹੈ, ਇਸ ਕਰਕੇ ਉਹ ਬਿੱਲ ਵੀ ਗੈਰ ਸੰਵਿਧਾਨਕ ਨੇ। ਸੋ ਉਹ ਤਾਂ ਮਾਮਲਾ ਉੱਥੇ ਹੀ ਅਟਕ ਗਿਆ। ਹਾਂ, ਜਿਹੜੇ ਪਿਛਲੇ ਵਾਲੇ ਬਿੱਲ ਨੇ ਉਹਨਾਂ ਬਾਰੇ ਜ਼ਰੂਰ ਹੈਗਾ ਕਿ ਉਹ ਉਹਨਾਂ ਨੇ ਕਿਉਂ ਰੋਕੇ ਹੋਏ ਨੇ। ਚਲੋ ਇਹ ਤਾਂ ਗੈਰ ਸੰਵਿਧਾਨਕ ਸੀਗੇ, ਉਹ ਪਿਛਲੇ ਤਾਂ ਸੰਵਿਧਾਨਕ ਨੇ, ਉਹ ਤਾਂ ਘੱਟੋ ਘੱਟ ਵਾਪਸ ਭੇਜੇ ਨੇ ਜਿਹੜੇ ਨਹੀਂ ਭੇਜੇ ਹੋਏ। ਨਹੀਂ, ਪਰ ਇੰਦਰਪ੍ਰੀਤ ਜੀ ਫਿਰ ਆਪਣੇ ਸਪੀਕਰ ਸਾਹਿਬ ਚੁੱਪ ਕਿਉਂ ਬੈਠੇ ਹੋ, ਕਿਉਂ ਨਹੀਂ ਚਿੱਠੀ ਲਿਖਦੇ? ਕਿਉਂਕਿ ਜਿਹੜੇ ਕਸਟੋਡੀਅਨ ਨੇ ਉਹ ਤਾਂ ਸਪੀਕਰ ਨੇ ਨਾ ਵਿਧਾਨ ਸਭਾ ਦੇ, ਉਹਨਾਂ ਨੇ ਸਰਕਾਰ ਤੇ ਸਵਾਲ ਨਹੀਂ ਉਠਾਇਆ। ਸਵਾਲ ਉਹਨਾਂ ਨੇ ਇਸ ਗੱਲ ਤੇ ਉਠਾਇਆ ਕਿ ਜਿਹੜੇ ਸਪੀਕਰ ਨੇ ਇਹ ਮੀਟਿੰਗ ਕਾਲ ਕੀਤੀ ਸੀ ਗਵਰਨਮੈਂਟ ਦੀ ਡਾਇਰੈਕਸ਼ਨ ਦੇ ਉੱਤੇ, ਮੰਤਰੀ ਮੰਡਲ ਦੀ ਐਡਵਾਈਸ ਦੇ ਉੱਤੇ, ਤੇ ਉਹ ਗੈਰ ਕਾਨੂੰਨੀ ਹੈ। ਵੈਸੇ ਤਾਂ ਕਿਉਂਕਿ ਉਹ ਪ੍ਰੋਰੋਗ ਨਹੀਂ ਸੀ ਹੋਇਆ ਤੇ ਉਹਨਾਂ ਨੇ ਉਦਾਂ ਹੀ ਉਹਦੀ ਅਗਲੀ ਬੈਠਕ ਬੁਲਾ ਲਈ, ਪਰ ਇਹਦੇ ਤੇ ਚੁੱਪ ਕਿਉਂ ਨੇ ਸਪੀਕਰ? ਉਹਨਾਂ ਨੇ ਕਿਉਂ ਨਹੀਂ ਇਹ ਗੱਲ ਕਹੀ ਕਿ ਸਾਡਾ ਸੰਵਿਧਾਨਕ ਹੈ, ਤੁਸੀਂ ਕਿਵੇਂ ਗੈਰ ਸੰਵਿਧਾਨਕ ਕਹਿੰਦੇ ਹੋ? ਮੈਨੂੰ ਲੱਗਦਾ ਇਹਦੇ ਇਸ ਮਾਮਲੇ 'ਚ ਤਾਂ ਸਪੀਕਰ ਸਾਹਿਬ ਨੂੰ ਸੰਵਿਧਾਨ ਸਭਾ ਵੱਲੋਂ ਕੋਰਟ ਦੀ ਜਿਹੜੀ ਵਿਆਖਿਆ ਲੈ ਲੈਣੀ ਚਾਹੀਦੀ ਸੀ। ਬਿਲਕੁਲ, ਉਹਨਾਂ ਨੂੰ ਸਪੀਕਰ ਸਾਹਿਬ ਨੂੰ ਇਸ ਗੱਲ ਤੇ ਭੇਜਣਾ ਚਾਹੀਦਾ ਸੀ, ਪਰ ਮੈਨੂੰ ਇਹ ਲੱਗਦਾ ਕਿ ਕਿਉਂਕਿ ਗਵਰਨਰ ਸਾਹਿਬ ਨੇ ਵੀ ਚਿੱਠੀ ਨਹੀਂ ਪਾਈ ਆ ਉਹਨਾਂ ਨੂੰ ਸਿਰਫ ਵਰਬਲੀ ਹੀ ਕਿਹਾ ਹੈ, ਤਾਂ ਵਰਬਲੀ ਹੀ ਸਪੀਕਰ ਨੂੰ ਵੀ ਜਵਾਬ ਦੇਣਾ ਪਊਗਾ। ਇਹ ਗੱਲਾਂ ਹੁੰਦੀਆਂ ਨੇ ਰਿਟਨ ਦੇ ਵਿੱਚ। ਮੈਨੂੰ ਲੱਗਦਾ ਕਿ ਗਵਰਨਰ ਸਾਹਿਬ ਨੂੰ ਇਹ ਰਿਟਨ 'ਚ ਪਾਉਣਾ ਚਾਹੀਦਾ ਸੀ ਕਿ ਤੁਸੀਂ ਇਹ ਜਿਹੜਾ ਕੀਤਾ ਹੈਗਾ ਇਹ ਗੈਰ ਸੰਵਿਧਾਨਿਕ ਹੈ, ਉਸ ਦਾ ਜਵਾਬ। ਹਾਲਾਂਕਿ ਜਿਹੜਾ ਸਪੀਕਰ ਪਹਿਲੀ ਸਟੇਟਮੈਂਟ 'ਚ ਆਪਣੀ ਕਹਿ ਚੁੱਕਿਆ ਹੈ, ਜਦੋਂ ਉਹਨੂੰ ਯਾਦ ਹੋਊਗਾ ਜਦੋਂ ਇਹ ਪਹਿਲੀ ਵਾਰੀ ਸਟੇਟਮੈਂਟ ਗਵਰਨਰ ਸਾਹਿਬ ਨੇ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਸਪੀਕਰ ਨੇ ਕਿ ਜੀ ਪ੍ਰੋਰੋਗ ਨਹੀਂ ਕੀਤਾ ਹੋਇਆ, ਅਸੀਂ ਜਦ ਤੱਕ ਪ੍ਰੋਰੋਗ ਨਹੀਂ ਹੈਗਾ ਇਹ ਅਨਿਸ਼ਚਿਤ ਕਾਲੀਨ ਲਈ ਸਥਗਿਤ ਹੈ, ਤੇ ਸਥਗਿਤ ਕਿਸੇ ਵੀ ਜਿਹੜਾ ਵੀ ਕੋਈ ਸੈਸ਼ਨ ਸਥਗਿਤ ਹੁੰਦਾ ਹੈ, ਉਹਦੀ ਬੈਠਕ ਸਥਗਿਤ ਹੁੰਦੀ ਹੈ, ਉਹਨੂੰ ਦੁਬਾਰਾ ਤੋਂ ਕਾਲ ਕੀਤਾ ਜਾ ਸਕਦਾ ਹੈ, ਤੇ ਅਸੀਂ ਉਸੇ ਰੂਲ ਦੇ ਅਧੀਨ ਇਹਨੂੰ ਕਾਲ ਕੀਤਾ ਹੈਗਾ, ਇਹ ਨਵਾਂ ਸੈਸ਼ਨ ਨਹੀਂ ਹੈਗਾ। ਸੋ ਇਹ ਸਪੀਕਰ ਨੇ ਪਹਿਲਾਂ ਕਹਿ ਚੁੱਕੇ ਹੈਗੇ, ਪਰ ਹਜੇ ਗੱਲ ਹੁਣ ਅਟਕੀ ਹੋਈ ਹੈ, ਮਤਲਬ ਕਿ ਕਿਹਨੇ ਫੈਸਲਾ ਲੈਣਾ ਕਿ ਇਹ ਸੰਵਿਧਾਨਕ ਹੈਗਾ ਸੀ ਜਾਂ ਨਹੀਂ ਸੀਗਾ, ਇਹ ਗੱਲ ਅਟਕੀ ਹੋਈ ਹੈ। ਔਰ ਸੀਐਮ ਸਾਹਿਬ ਨੂੰ ਵੀ 2 ਵਾਰ ਪੁੱਛਿਆ ਇਹਦੇ ਤੇ, ਤਾਂ ਉਹਨਾਂ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਵੇਟ ਕਰੋ, ਇਹ ਸਾਰੇ ਬਿੱਲ ਜਿਹੜੇ ਹੈਗੇ ਨੇ ਇਹ ਪਾਸ ਹੋਣਗੇ, ਪਰ ਕਿਵੇਂ ਹੋਣਗੇ ਇਹ ਉਹ ਵੀ ਕੋਈ ਦੱਸ ਨਹੀਂ ਰਹੇ ਕਿ ਕੀ ਸਰਕਾਰ ਉਹ 'ਚ ਸੁਪਰੀਮ ਕੋਰਟ 'ਚ ਜਾ ਰਹੀ ਹੈ ਜਾਂ ਗਵਰਨਰ ਸਾਹਿਬ ਨਾਲ ਹੀ ਬੈਠ ਕੇ ਗੱਲ ਕਰੂਗੀ ਜਾਂ ਕਿਸ ਤਰ੍ਹਾਂ ਜਾਏਗੀ। ਸੋ ਹਜੇ ਇਹ 'ਚ ਕੋਈ ਕਲੈਰਿਟੀ ਨਹੀਂ ਹੈ। ਮੈਂ ਭਾਸਕਰ ਸਾਹਿਬ ਇਹਦੇ ਤੇ ਸਰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਨੂੰ ਲੱਗਦਾ ਗਵਰਨਰ ਨੇ ਪੱਤਰ ਲਿਖਿਆ ਸੀਗਾ ਕਿ ਇਹ ਇਲੀਗਲ ਆ, ਇਹ ਗੈਰ ਕਾਨੂੰਨੀ ਹੈ, ਇਹ ਉਹਨਾਂ ਦਿਨਾਂ 'ਚ ਇੱਕ ਰਿਟਨ ਦੇ ਵਿੱਚ ਗਿਆ ਸੀਗਾ ਜੀ ਕਿ ਨਹੀਂ? ਨਹੀਂ, ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਸੀਗੀ ਕਿ ਇਹ ਸੈਸ਼ਨ ਉਹਦੇ ਵਾਸਤੇ ਮੈਂ ਕਾਨੂੰਨੀ ਰਾਏ ਲੈ ਰਿਹਾ, ਇਹ ਗੱਲ ਨਾਲ ਦੇ ਨਾਲ ਕੀਤੀ, ਡਿਕਲੇਅਰ ਨਹੀਂ ਕੀਤਾ ਸੀਗਾ ਕਿ ਇਹ ਗੈਰ ਕਾਨੂੰਨੀ ਹੈਗਾ। ਉਹ ਤੇ ਅਖਬਾਰਾਂ ਦੇ ਵਿੱਚ ਖਬਰ ਹੀ ਛਪੀ ਸੀ, ਪਰ ਕਾਨੂੰਨੀ ਰਾਏ ਲੈ ਰਹੇ ਨੇ, ਇਹ ਗੱਲ ਉਹਨਾਂ ਨੇ ਜ਼ਰੂਰ ਕਹੀ ਸੀ। ਪਰ ਚਲੋ ਹੁਣ ਤੇ ਗੱਲਾਂ ਚਿੱਠੀ ਭੇਜੀ ਸੀ ਉਹਨਾਂ ਨੇ, ਹਾਂ ਉਹਨਾਂ ਨੇ ਕਿਹਾ ਸੀ ਇਹ ਗੈਰ ਕਾਨੂੰਨੀ ਹੈ ਨਾ। ਮੈਨੂੰ ਲੱਗਦਾ ਪੰਜਾਬ ਸਰਕਾਰ ਦਾ ਇਹ ਪੰਜਾਬ ਸਰਕਾਰ ਦੀ ਡਿਊਟੀ ਸੀਗੀ, ਪੰਜਾਬ ਸਰਕਾਰ ਨੂੰ ਇਹਦੀ ਵਿਆਖਿਆ ਲੈ ਲੈਣੀ ਚਾਹੀਦੀ ਸੀ। ਗਵਰਨਰ ਸਾਹਿਬ ਨੇ ਜੋ ਕੀਤਾ ਉਹਦੇ ਉੱਤੇ ਮੈਨੂੰ ਲੱਗਦਾ ਉਹਨਾਂ ਨੂੰ ਸਪੀਕਰ ਨੂੰ ਲਿਖਣਾ ਚਾਹੀਦਾ ਸੀ, ਪੰਜਾਬ ਗਵਰਨਮੈਂਟ ਨੂੰ ਇਹ ਚਿੱਠੀ ਸਪੀਕਰ ਨੂੰ ਫਾਰਵਰਡ ਕਰਕੇ ਲਿਖਣੀ ਚਾਹੀਦੀ ਕਿ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਜੀ, ਗਵਰਨਰ ਇਹ ਕਹਿ ਰਿਹਾ। ਤੇ ਮੈਨੂੰ ਲੱਗਦਾ ਸਪੀਕਰ ਦੀ ਵਿਆਖਿਆ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਲੈ ਲੈਂਦੇ, ਦੂਰ ਜਾਣ ਦੀ ਲੋੜ ਨਹੀਂ ਸੀ। ਚੀਫ ਜਸਟਿਸ ਨਾਲ ਉਹ ਮੀਟਿੰਗ ਦਾ ਸਮਾਂ ਲੈ ਕੇ ਜਾਂ ਵੈਸੇ ਵੀ ਸਰਕਾਰਾਂ ਜਾ ਸਕਦੀਆਂ ਹੁੰਦੀਆਂ, ਮੇਰਾ ਖਿਆਲ ਇਹੋ ਜਿਹੇ ਪ੍ਰਬੰਧ ਹੁੰਦੇ ਹੋਣਗੇ। ਨਹੀਂ, ਐਡਵੋਕੇਟ ਜਨਰਲ ਤਾਂ ਉਹਨਾਂ ਕੋਲ ਹੈ ਹੀ ਹੈ ਨਾ, ਐਡਵੋਕੇਟ ਜਨਰਲ ਤੋਂ ਰਾਏ ਲੈ ਲੈਣੀ ਚਾਹੀਦੀ ਸੀਗੀ ਇਹਦੇ ਤੇ, ਜਾਂ ਐਲਆਰ ਵੀ ਹੈਗਾ ਉਹਨਾਂ ਕੋਲ, ਐਲਆਰ ਦੀ ਵੀ ਰਾਏ ਲਈ ਜਾ ਸਕਦੀ ਹੈ। ਸਿਸਟਮ ਤਾਂ ਬਹੁਤ ਨੇ, ਗੱਲ ਤਾਂ ਇਹ ਹੈ ਕਿ ਉਹਨਾਂ ਸਿਸਟਮ ਤੇ ਚੱਲਣ ਦੀ ਲੋੜ ਹੈ ਨਾ, ਉਸ ਤੇ ਕੰਮ ਕਰਨ ਦੀ ਲੋੜ ਹੈ। ਹੁਣ ਇਹ ਰਾਏ ਤਾਂ ਆ ਹੀ ਚੁੱਕੀ ਹੈ, ਗਵਰਨਰ ਸਾਹਿਬ ਨੇ ਤਾਂ ਚਿੱਠੀ ਲਿਖਤੀ ਹੈ ਉਹਨਾਂ ਨੂੰ। ਠੀਕ ਗੱਲ ਹੈ, ਤੁਸੀਂ ਕਹਿ ਰਹੇ ਹੋ ਕਿ ਉਸ ਦਿਨ ਇਹਨਾਂ ਨੇ ਲੈਟਰ ਬਕਾਇਦਾ ਸਾਰੀ ਪ੍ਰੈਸ ਨੂੰ ਵੀ ਜਾਰੀ ਕੀਤਾ ਸੀਗਾ ਕਿ ਪਰ ਉੱਥੇ ਇੱਕ ਦਿੱਕਤ ਸੀਗੀ ਰੰਧਾਵਾ ਸਾਹਿਬ ਕਿ ਕਿਸ ਨੇ ਰਾਏ ਦਿੱਤੀ ਹੈ ਇਹ ਨਹੀਂ ਸੀ ਪਾਇਆ ਹੋਇਆ। ਉਹ ਜਿਹੜਾ ਖਾਸ ਤੌਰ ਤੇ ਜਿਹੜਾ ਪ੍ਰੈਸ ਨੂੰ ਭੇਜਿਆ ਸੀਗਾ ਉਹ ਬਿਲਕੁਲ ਇੱਕ ਬਲੈਂਕ ਸਟੇਟਮੈਂਟ ਸੀ ਕਿ ਉਹਨਾਂ ਨੇ ਇਹ ਰਾਏ ਲਿੱਤੀ ਹੈ, ਉਹ ਸਟੇਟਮੈਂਟ ਹੀ ਲਿਖੀ ਹੋਈ ਹੈ। ਕਿਹਨੇ ਲਿੱਤੀ ਹੈ, ਕਿਸ ਤੋਂ ਲਿੱਤੀ ਹੈ, ਸੋਲਿਸਿਟਰ ਜਨਰਲ ਨੇ ਭੇਜੀ ਹੈ ਜਾਂ ਕਿਹਨੇ ਭੇਜੀ ਹੈ, ਇਹਦੇ ਬਾਰੇ ਕਿਸੇ ਵਕੀਲ ਦੇ ਉੱਤੇ ਕੋਈ ਨਾਂ ਨਹੀਂ ਸੀ। ਜਿਹੜਾ ਪ੍ਰੈਸ ਨੋਟ ਭੇਜਿਆ ਸੀਗਾ ਉਹਦੇ ਤੇ ਕੋਈ ਜ਼ਿਕਰ ਹੈ ਨਹੀਂ ਸੀਗਾ। ਸੋ ਇਹਦੇ ਬਾਰੇ ਹਜੇ ਬਹੁਤ ਮੈਂ ਕਿਹਾ ਕਿ ਕਲੀਅਰ ਨਹੀਂ ਹੈ ਕਿ ਇਹ ਰਾਏ ਕਿਹਨੇ ਦਿੱਤੀ ਹੈ ਤੇ ਸਰਕਾਰ ਦੇ ਉੱਤੇ ਇਹਦਾ ਜਵਾਬ ਕੀ ਆਇਆ। ਅਜੇ ਤੱਕ ਸਰਕਾਰ ਦਾ ਕੋਈ ਜਵਾਬ ਇਸ ਤੇ ਆਇਆ ਨਹੀਂ ਹੈ। ਚਲੋ ਆਪਾਂ ਫਿਰ ਡਿਬੇਟ ਚ ਲਿਆਂਦਾ, ਹੁਣ ਤੁਸੀਂ ਕਾਂਗਰਸ ਤੇ ਆ ਜਾਓ। ਮੈਨੂੰ ਲੱਗਦਾ
ਹੁਣ ਜ਼ਿਆਦਾ ਇਹ ਖਿੱਚਿਆ ਗਿਆ ਮਾਮਲਾ ਅੱਜ। ਦੂਸਰੀ ਗੱਲ, ਅੱਜ ਕਾਂਗਰਸ ਦੀ ਅੱਜ ਬਹੁਤ ਗਹਿਮਾ ਗਹਿਮੀ ਹੈਗੀ ਹੈ ਦਫ਼ਤਰ ਦੇ ਵਿੱਚ। ਦੇਖੋ, ਕਾਂਗਰਸ ਦੀ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਉੱਪਰ ਹਾਈ ਕਮਾਨ ਨੇ ਲਗਭਗ ਇਹ ਤੈਅ ਕਰ ਲਿਆ ਕਿ ਉਹ ਆਮ ਆਦਮੀ ਪਾਰਟੀ ਜਾਂ ਇੰਡੀਆ ਦਾ ਗੱਠਜੋੜ ਜਿਹੜਾ ਹੈਗਾ ਉਹ ਸਮਝੌਤਾ ਹੋਊਗਾ ਹੀ ਹੋਊਗਾ। ਇਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਕੋਈ ਮਤਲਬ ਪਿੱਛੇ ਹਟਣ ਦਾ ਸਵਾਲ ਹੀ ਨਹੀਂ। ਹੁਣ ਸਵਾਲ ਸਿਰਫ ਇਹ ਹੈ ਕਿ ਇੱਥੇ ਸੀਟਾਂ ਦਾ ਬਟਵਾਰਾ ਕਿਵੇਂ ਹੋਊਗਾ। ਜਿੱਥੇ ਤੱਕ ਮਤਲਬ ਆਮ ਆਦਮੀ ਪਾਰਟੀ ਦਲੀਲ ਦੇ ਰਹੀ ਹੈ ਕਿ ਸਾਡੇ ਕੋਲ 92 ਵਿਧਾਇਕ ਨੇ, ਤੁਹਾਡੇ ਕੋਲ 18 ਨੇ, ਉਸ ਦੇ ਅਨੁਪਾਤ 'ਚ ਆਪਾਂ ਸੀਟਾਂ ਦੀ ਵੰਡ ਕਰ ਲੈਂਦੇ ਹਾਂ। ਜੇ ਤਾਂ ਇਸ ਤਰ੍ਹਾਂ ਦੀ ਵੰਡ ਹੁੰਦੀ ਹੈ ਤਾਂ ਮੇਰੇ ਖਿਆਲ ਆ ਸਿਰਫ 2 ਸੀਟਾਂ ਹੀ ਜਿਹੜੀਆਂ ਨੇ ਉਹ ਬਣਦੀਆਂ ਨੇ ਕਾਂਗਰਸ ਨੂੰ। ਤਾਂ ਕੀ ਕਾਂਗਰਸ ਨੂੰ ਇਹ ਮਨਜ਼ੂਰ ਹੋਊਗਾ? ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਜਿਹੜੀ ਸਟੇਟ ਲੀਡਰਸ਼ਿਪ ਹੈ ਘੱਟੋ ਘੱਟ ਉਹਨੂੰ ਤਾਂ ਇਹ ਬਿਲਕੁਲ ਮਨਜ਼ੂਰ ਨਹੀਂ ਹੋਊਗਾ। ਫਿਰ ਇਸ ਤੋਂ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ? ਇਸ ਤੋਂ ਬਾਅਦ ਇੱਕ ਸੀਟ ਹੋਰ ਹੈ ਚੰਡੀਗੜ੍ਹ ਦੀ। ਚੰਡੀਗੜ੍ਹ ਦੇ ਵਿੱਚ ਵੀ ਆਮ ਆਦਮੀ ਕਲੇਮ ਕਰ ਰਹੀ ਹੈ, ਉਹ ਕਹਿ ਰਹੀ ਹੈ ਵੀ ਸਾਡੇ ਇੱਥੇ 14 MC ਨੇ, ਤੁਹਾਡੇ ਤਾਂ 6 MC ਨੇ ਤੇ ਸੀਟ ਦਾ ਕਲੇਮ ਸਾਡਾ ਬਣਦਾ। ਸੋ ਇਹ ਚੀਜ਼ਾਂ ਹੁਣ ਬਹੁਤ ਉਸ 'ਚ ਫਸੀਆਂ ਹੋਈਆਂ ਨੇ। ਅੱਜ ਜਿਹੜੀ ਸਾਰੇ ਬੁਲਾਏ ਨੇ, ਕਿਉਂਕਿ ਸਾਰੇ ਦੇਖੋ ਰਾਏ ਤਾਂ ਐਕਚੁਅਲੀ ਕਾਡਰ ਤੋਂ ਹੀ ਲੈਣੀ ਚਾਹੀਦੀ ਹੈ ਕਿ ਯਾਰ ਥੱਲੇ ਵਾਲਾ ਕਾਡਰ ਕੀ ਸੋਚ ਰਿਹਾ। ਅੱਜ ਸਾਰੇ 18 ਵਿਧਾਇਕ ਜਿਹੜੇ ਬਾਕੀ ਦੇ ਜਿਹੜੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਇਹ ਸਾਰੇ ਜਿਹੜੇ ਹੈਗੇ ਆ ਅੱਜ ਜੁਟਣਗੇ ਇੱਥੇ। ਹੋਰ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਪਾਰਟੀ ਦੀ ਉਹ ਵੀ ਜੁਟੇਗੀ ਤੇ ਉਹ ਮੰਥਨ ਕਰੇਗੀ ਕਿ ਆਪ ਨਾਲ ਜਿਹੜਾ ਸਮਝੌਤਾ ਹੋ ਰਿਹਾ ਹੈ, ਹਾਈ ਕਮਾਂਡ ਕੀ ਕਹਿ ਰਹੀ ਹੈ, ਅਸੀਂ ਕੀ ਸੋਚ ਰਹੇ ਹਾਂ, ਇਹ ਸਾਰੇ ਉੱਤੇ ਅੱਜ ਇੱਕ ਚੰਗਾ ਮੰਥਨ ਹੋਣਾ ਹੈ। ਹੁਣ ਉਹ ਮੰਥਨ ਇਸ ਦਿਸ਼ਾ 'ਚ ਹੋਊਗਾ ਕਿ ਇਸ ਗੱਲ ਤੇ ਉੱਤੇ ਪੱਕਾ ਹੋ ਜਾਏਗਾ ਕਿ ਅਸੀਂ ਉਹਨਾਂ ਨਾਲ ਮਿਲ ਕੇ ਲੜਨਾ ਹੈ ਜਾਂ ਇਹ ਵਿਰੋਧ ਦੁਬਾਰਾ ਇਹ ਕਰਕੇ ਵਿਰੋਧ ਕਰਨਗੇ ਕਿ ਦੇਖੋ ਜੀ ਅਸੀਂ ਤਾਂ ਦੁਬਾਰਾ ਵੱਡੀ ਮੀਟਿੰਗ ਕੀਤੀ ਹੈ, ਸਾਰੇ MLA ਤੇ ਸਾਰੇ ਦੂਜੇ ਬੰਦੇ ਵੀ ਬੁਲਾਏ ਨੇ ਔਰ ਕੋਈ ਵੀ ਬੰਦਾ ਇਸ ਗੱਲ ਲਈ ਰਾਜੀ ਨਹੀਂ, ਤੇ ਜੇ ਤੁਸੀਂ ਮਤਲਬ ਕਰ ਵੀ ਲਿਆ, ਉੱਪਰੋਂ ਫੈਸਲਾ ਦੇ ਵੀ ਦਿੱਤਾ, ਤਾਂ ਇਹ ਲਾਗੂ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ ਹੈ। ਕਾਡਰ ਨੇ ਅੱਗੇ ਚੱਲਣਾ ਨਹੀਂ। ਇਹ ਗੱਲ ਤੁਹਾਡੀ ਠੀਕ ਲੱਗ ਰਹੀ ਹੈ ਕਿ ਇੰਜ ਹੋ ਸਕਦਾ, ਪਰ ਮੈਨੂੰ ਲੱਗਦਾ ਬਹੁਤੇ ਉਤਸ਼ਾਹਤ ਵੀ ਨੇ। ਮੈਨੂੰ ਤਾਂ ਇਹ ਵੀ ਲੱਗ ਰਿਹਾ ਜਿਹੜੀ ਚੰਡੀਗੜ੍ਹ ਵਾਲੀ ਤੁਸੀਂ ਗੱਲ ਕਰ ਰਹੇ ਹੋ, ਉਹ ਜਿਹੜੇ 6 ਨੇ ਰਲ ਕੇ ਬੀਜੇਪੀ ਨੂੰ ਪਟਕਣੀ ਦੇਣਗੇ। ਹੁਣ ਆਉਂਦੇ ਦਿਨਾਂ 'ਚ ਸਭ ਤੋਂ ਪਹਿਲਾ ਕੰਮ ਇਹ ਹੋਊਗਾ ਕਿ ਚੰਡੀਗੜ੍ਹ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਹ ਖੋਈ ਜਾਊਗੀ ਬੀਜੇਪੀ ਕੋਲੋਂ। ਇਹ ਦੋਵੇਂ ਧਿਰਾਂ ਰਲ ਕੇ ਚੰਡੀਗੜ੍ਹ ਵਾਲੇ ਸਭ ਤੋਂ ਪਹਿਲ ਕਰਨਗੇ, ਕਾਂਗਰਸ ਰਲ ਜੂ ਆਮ ਆਦਮੀ ਪਾਰਟੀ ਨਾਲ। ਨੰਬਰ 1। ਨੰਬਰ 2, ਦੇਖੋ ਸਵਾਲ ਇਸ ਗੱਲ ਤੇ ਬਹੁਤ ਵੱਡਾ ਹੈ ਕਿ ਇਹਨਾਂ ਦੀ ਆਪਣੀ ਭਾਸਕਰ ਸਾਹਿਬ ਹੋਣਾ ਵਾਲੀ ਜਲੰਧਰ ਵਾਲੀ ਸੀਟ ਉਹਨਾਂ ਨੇ ਜਿੱਤ ਲਈ। ਉਹ ਇਹ ਵੀ ਦੇਣਗੇ ਰਾਏ ਆਪਣੀ ਜਾਂ ਆਪਣਾ ਦਾਵਾ ਠੋਕਣਗੇ ਵੀ ਤੁਸੀਂ ਤਾਂ ਲੜ ਕੇ ਵੀ ਜਿੱਤ ਨਹੀਂ ਸਕਦੇ, ਜਿੱਤਣੀਆਂ ਤਾਂ ਅਸੀਂ ਆ, ਇਸ ਕਰਕੇ ਵੱਧ ਤੋਂ ਵੱਧ ਜੇ ਲੈਣੀਆਂ ਤੇ 3-4 ਲੈ ਲਓ। ਪਰ ਕਾਂਗਰਸੀਆਂ ਦਾ ਕਲੇਮ 8 ਵਾਲਾ ਜ਼ਰੂਰ ਰਹੂਗਾ ਵੀ ਅਸੀਂ 8 ਜਿੱਤ ਕੇ ਆਏ ਸੀ, ਤੁਸੀਂ 92 ਜਿੱਤੀਆਂ ਨੇ, ਚਲੋ ਵਿਚਲਾ ਰਾਹ ਕੱਢ ਲਓ, 7 ਤੁਸੀਂ ਲੜ ਲਓ, 6 ਸਾਨੂੰ ਦੇ ਦਿਓ। ਇਹ ਗੱਲ ਇੱਥੇ ਫਸਣੀ ਹੈ ਜਾ ਕੇ। ਬਾਕੀ ਭਾਸਕਰ ਸਾਹਿਬ, ਬਾਜਵਾ ਸਾਹਿਬ, ਕੱਲ 2-3 ਉਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਟੇਟਮੈਂਟ ਛਪੀਆਂ ਹੋਈਆਂ ਨੇ, ਕਿਤੇ ਤੇ ਯਕੀਨ ਕਰੀਏ ਕਿਤੇ ਨਹੀਂ ਕਰੀਏ। ਤੁਹਾਡਾ ਵਿਵੇਕ ਕੀ ਕਹਿੰਦਾ, ਇਹ ਨਾਲ ਜੋੜੋ ਗੱਲਾਂ। ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਗੱਠਜੋੜ ਹੋਏਗਾ ਨਹੀਂ ਹੋਏਗਾ, ਇੰਡੀਆ ਦੇ ਲੈਵਲ ਦੇ ਉੱਤੇ ਤੇ ਵੱਖਰੇ ਟਾਈਪ ਦੀ ਗੱਲਾਂ ਚੱਲਦੀ ਹੈ, ਪਰ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਵਿੱਚ ਇੱਕ ਘਮਾਸਾਨ ਜਿਹਾ ਛਿੜਿਆ ਹੋਇਆ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਕੇ ਜਿੰਨੇ ਵੀ ਕਾਂਗਰਸੀ ਹੈਗੇ ਨੇ ਉਹਨਾਂ ਨੇ ਪੁਰਜ਼ੋਰ ਤਰੀਕੇ ਨਾਲ ਗੱਜ ਵੱਜ ਕੇ ਇਹਦਾ ਵਿਰੋਧ ਨਹੀਂ ਕੀਤਾ। ਹਾਂ, ਬਾਜਵਾ ਸਾਹਿਬ ਨੇ ਝੰਡਾ ਚੱਕਿਆ ਹੋਇਆ ਹੈ, ਉਹ ਤੇ ਕਹਿੰਦੇ ਨੇ ਇਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਇਹਨਾਂ ਨੂੰ ਤੇ ਆਪਾਂ ਦੇਖਣਾ ਵੀ ਪਸੰਦ ਨਹੀਂ ਕਰਦੇ, ਸਾਡਾ ਕੋਈ ਮਤਲਬ ਹੀ ਨਹੀਂ ਇਹਨਾਂ ਦੇ ਨਾਲ ਕੋਈ ਅਲਾਈਅੰਸ ਹੋ ਜਾਏ। ਪਰ ਕੱਲ ਬਾਦਲ ਸਾਹਿਬ, ਬਾਜਵਾ ਸਾਹਿਬ ਦੇ 2 ਬਿਆਨ ਲੱਗੇ ਨੇ। ਇੱਕ ਬਿਆਨ ਦੇ ਵਿੱਚ ਉਹ ਕਹਿੰਦੇ ਨੇ ਲੋਕ ਸਭਾ ਦੇ ਵਿੱਚ ਤੇ ਸਾਡਾ ਸਮਝੌਤਾ ਹੋ ਸਕਦਾ ਹੈ, ਹਾਂ ਵਿਧਾਨ ਸਭਾ ਦੇ ਵਿੱਚ ਆਪਾਂ ਪੁਰਜ਼ੋਰ ਤਰੀਕੇ ਨਾਲ ਇਹਨਾਂ ਦਾ ਵਿਰੋਧ ਕਰਾਂਗੇ। ਔਰ ਦੂਜਾ ਨਾਲ ਦੇ ਨਾਲ ਇੱਕ ਬਿਆਨ ਇਹ ਵੀ ਲੱਗਦਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਪੁਰਾਣਾ ਰਾਗ ਵਾਲਾ ਆਪਦੇ ਨੇ ਕਿ ਨਹੀਂ ਕਰਾਂਗੇ। ਬਾਜਵਾ ਸਾਹਿਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੇਰੀ ਗੱਲ ਵੀ ਹੋਈ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਅਗਰ ਲੋਕ ਸਭਾ ਦੇ ਵਿੱਚ ਵੀ ਜਾਂ ਕਿਸੇ ਵੀ ਤਰੀਕੇ ਦਾ ਸੀਟ ਸ਼ੇਅਰਿੰਗ ਦਾ ਜਾਂ ਗੱਠਜੋੜ ਦਾ ਕੋਈ ਮਾਮਲਾ ਨਿਬੜਦਾ ਹੈ ਤੇ ਮੇਰੀ ਬਲੀ ਵਾਸਤੇ ਤਿਆਰ ਰਹੋ, ਮੈਂ ਆਪਣੀ ਬਲੀ ਦੇ ਦੂੰ। ਹੁਣ ਬਾਜਵਾ ਸਾਹਿਬ ਉਹ ਬਲੀ ਦੇਣ ਵਾਸਤੇ ਤਿਆਰੀ ਕਰ ਰਹੇ ਨੇ ਜਾਂ ਫਿਰ ਅੱਜ ਇੱਕ ਵਾਰ ਫੇਰ ਹਾਈ ਕਮਾਨ ਨੂੰ ਇੱਕ ਤਗੜਾ ਮੈਸੇਜ ਭੇਜਣਾ ਚਾਹੁੰਦੇ ਨੇ, ਕਿਉਂਕਿ ਅੱਜ ਦੀ ਮੀਟਿੰਗ ਬੁਲਾਈ ਹੈ ਰਾਜਾ ਵੜਿੰਗ ਉਹਨਾਂ ਨੇ। ਰਾਜਾ ਵੜਿੰਗ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬਹੁਤੀ ਸਖਤੀ ਨਹੀਂ ਦਿਖਾਈ। ਹਾਂ, ਉਹ ਕਹਿ ਦਿੰਦੇ ਨੇ ਨਹੀਂ ਜੀ ਸਾਡਾ ਕੋਈ ਗੱਠਜੋੜ ਨਹੀਂ ਹੋਇਆ, 13 ਤੇ ਲੜਾਂਗੇ, ਜਿਹੜੀ ਇੱਕ ਸਟੇਟਮੈਂਟ ਹੁੰਦੀ ਹੈ, ਪਰ ਉਹ ਉਸ ਤੋਂ ਗਾਂਹ ਨਹੀਂ ਲੰਘਦੇ ਕਿ ਵੀ ਸਿਰੇ ਤੋਂ ਇਨਕਾਰ ਕਰਦੇ ਨੇ ਵੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇੱਥੇ ਸਾਰੀ ਸਟੇਟ ਤੇ ਹੈਗੀ ਹੈ ਪ੍ਰੈਸਟੀਜ ਬਾਜਵਾ ਸਾਹਿਬ ਦੀ,
ਪਹਿਲੇ ਵੀ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਤਰੀਕੇ ਦਾ ਸਮਰਥਨ ਰਾਜ ਸਭਾ ਦੇ ਵਿੱਚ ਨਹੀਂ ਦੇਣਾ ਚਾਹੀਦਾ, ਉਹਦਾ ਉਹਨਾਂ ਨੇ ਐਡਵੋਕੇਸੀ ਕੀਤੀ ਸੀ, ਪਰ ਉਹਨਾਂ ਨੇ ਅਗਲਿਆਂ ਨੇ ਮੰਨੀ, ਦਿੱਲੀ ਵਾਲਿਆਂ ਨੇ ਆਪਣੇ ਹਿਸਾਬ ਨਾਲ, ਬਲਕਿ ਉਹਦੇ ਗਵਾਹ ਸੁਸਤ ਮੁਦਈ ਚੁਸਤ ਉਦਾਂ ਦੀ ਗੱਲ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਨਜ਼ਰ ਆਉਂਦੀ ਸੀ। ਆਰਡੀਨੈਂਸ ਦੀਆਂ ਸਰਵਿਸਿਜ਼ ਬਿੱਲ ਦੇ ਮਾਮਲੇ ਦੇ ਵਿੱਚ ਕਾਂਗਰਸ ਨੇ ਲੜਾਈ ਪੁਰਜੋਰ ਤਰੀਕੇ ਨਾਲ ਲੜੀ, ਤੇ ਹੁਣ ਅਲਾਈਅੰਸ ਹੋਣ ਵਾਲਾ ਹੈ। ਹੋ ਸਕਦਾ ਅੱਜ ਕੁਝ ਨਰਮੀ ਉਸ ਮੀਟਿੰਗ ਦੇ ਵਿੱਚ ਦੇਖਿਆ ਜਾਏ, ਆਪਣੇ ਵਰਕਰਾਂ ਨੂੰ ਸਮਝਾਇਆ ਜਾਏ ਕਿ ਲੋਕ ਸਭਾ ਦੇ ਵਿੱਚ ਪੱਕਾ ਸਮਝੌਤਾ ਹੋ ਰਿਹਾ ਹੈ। ਔਰ ਖਾਸ ਕਰਕੇ ਹਰਪਾਲ ਚੀਮਾ ਉਹਨਾਂ ਦਾ ਇਹ ਬਿਆਨ, ਤੁਸੀਂ ਇਹ ਦੇਖੋ ਕਿ ਹਰਪਾਲ ਚੀਮਾ ਉਹਨਾਂ ਕਦੀ ਵੀ ਇਸ ਤਰੀਕੇ ਦਾ ਪੋਲੀਟੀਕਲ ਬਿਆਨ ਨਹੀਂ ਦਿੰਦੇ। ਔਰ ਉਸ ਤੋਂ ਪਹਿਲੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਦੇਸ਼ ਹਿੱਤ ਦੇ ਵਿੱਚ ਅਸੀਂ ਕੋਈ ਅਲਾਈਅੰਸ ਕਰ ਸਕਦੇ ਹਾਂ, ਔਰ ਹਰਪਾਲ ਚੀਮਾ ਉਹਨਾਂ ਨੇ ਤੇ ਇੱਥੇ ਤੱਕ ਵੀ ਕਹਿਤਾ ਹੈ ਅਲਾਈਅੰਸ ਹੋਣ ਜਾ ਰਿਹਾ ਹੈ ਤੇ ਅਸੀਂ ਕਾਂਗਰਸ ਦੇ ਨਾਲ ਮਿਲ ਕੇ ਇਲੈਕਸ਼ਨ ਲੜਾਂਗੇ। ਉਸ ਤੋਂ ਬਾਅਦ ਅੱਜ ਕਾਂਗਰਸ ਦੀ ਮੀਟਿੰਗ, ਉਹਦੇ ਵਿੱਚ ਵੀ ਮੈਨੂੰ ਇਹ ਲੱਗਦਾ ਹੈ ਕਿ ਵਰਕਰਾਂ ਨੂੰ ਸਮਝਾਉਣ ਦੀ, ਹਾਲਾਂਕਿ ਵਰਕਰਾਂ ਦੀ ਤਰਫੋਂ ਕੋਈ ਬਹੁਤਾ ਵਿਰੋਧ ਨਹੀਂ, ਕਾਂਗਰਸ ਦੇ ਵਿੱਚ ਵਰਕਰਾਂ ਦੀ ਕਿੰਨੀ ਕੁ ਹੁੰਦਾ ਹੈ, ਜਦ ਪੰਜਾਬ ਦੀ ਲੀਡਰਸ਼ਿਪ ਦੀ ਹਾਈਕਮਾਨ ਨਹੀਂ ਸੁਣ ਰਿਹਾ ਤੇ ਵਰਕਰਾਂ ਦੀ ਗੱਲ ਕਿੰਨੀ ਕੁ ਅੱਗੇ ਜਾਏਗੀ। ਜੀ ਇੰਦਰਪ੍ਰੀਤ ਜੀ, ਚਲੋ ਇਹ ਤਾਂ ਥੋੜੀ ਦੇਰ ਬਾਅਦ ਮੀਟਿੰਗ ਸ਼ੁਰੂ ਹੋ ਜਾਣੀ, ਪਤਾ ਲੱਗ ਜਾਊਗਾ ਕਿ ਉੱਥੇ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ, ਭਾਵੇਂ ਬੰਦ ਕਮਰਾ ਹੀ ਹੋਵੇ, ਬੰਦ ਕਮਰੇ ਥਾਣੀ ਝੀਤਾਂ ਹੁੰਦੀਆਂ ਨੇ, ਆਪਾਂ ਝੀਤਾਂ ਤਾਂ ਨਹੀਂ ਦੇਖ ਲੈਣਾ। ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਹਾਂਜੀ ਭਾਸਕਰ ਸਾਹਿਬ ਕੁਝ ਮੁਸਕਰਾ ਰਹੇ ਹੋ। ਇੱਕ ਇੰਦਰਪ੍ਰੀਤ ਜੀ, ਤੁਹਾਨੂੰ ਇੱਕ ਰਿਕੁਐਸਟ ਹੈ, ਅੱਜ ਜਦ ਕਾਂਗਰਸ ਦੀ ਮੀਟਿੰਗ ਕਾਂਗਰਸ ਭਵਨ ਦੇ ਵਿੱਚ ਜਾਰੀ ਹੋਏ ਤੇ ਕਿਸੇ ਵੀ ਖਿੜਕੀ ਤੋਂ ਝਾਕ ਕੇ ਬਾਜਵਾ ਸਾਹਿਬ ਦੇ ਬਿਆਨਾਂ ਨੂੰ ਨੋਟ ਜ਼ਰੂਰ ਕਰਨਾ, ਕਿਉਂਕਿ ਉਹਨਾਂ ਦੇ ਬਿਆਨਾਂ ਦੇ ਵਿੱਚ ਕੋਈ ਨਾ ਕੋਈ ਅੱਜ ਨਵੀਂ ਗੱਲ ਜ਼ਰੂਰ ਹੋਣੀ। ਹਾਂ, ਤੁਸੀਂ ਅੱਜ ਜਾ ਕੇ ਪਹਿਲਾਂ ਤਾਂ ਗੂਗਲ ਤੋਂ ਚੈੱਕ ਕਰਿਓ ਵੀ ਜਿਹੜੇ ਲਿਪਸ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਕਿੱਦਾਂ ਦੀ ਮੂਵਮੈਂਟ ਦੇ ਵਿੱਚ ਕੀ ਆਪਾਂ ਮੰਨ ਸਕਦੇ ਆ, ਹਨਾ। ਉਹ ਫਿਰ ਥੋੜਾ ਜਿਹਾ ਬੰਦਾ ਮਾਨਸਿਕ ਤੌਰ ਤੇ ਤਿਆਰ ਹੁੰਦਾ ਵੀ ਜੇ ਬੋਲਦੇ ਨਾ ਵੀ ਆਵਾਜ਼ ਰਾਹੀਂ ਸੁਣਨ ਤੇ ਆਪਾਂ ਅੰਦਾਜ਼ ਤੋਂ ਪਤਾ ਲਾ ਲਈਏ ਕਿਹੜਾ ਕਿਹਨੂੰ ਝਈਆਂ ਲੈ ਪੈਂਦਾ। ਖੈਰ ਚਲੋ, ਪਰ ਉਹ ਨਸ਼ੇ ਦੀ ਮਾਤਰਾ ਇਹਦੇ ਉੱਤੇ ਗੱਲ ਕੀਤੀ ਸੁਖਚੈਨ ਗਿੱਲ ਨੇ। ਤੇ ਇੱਕ ਹੋਰ ਗੱਲ ਕਿ ਅੱਜ ਜੇ ਮੈਂ ਗਲਤ ਨਹੀਂ ਤਾਂ ਮੁੱਖ ਮੰਤਰੀ ਦੇ OSD ਜਿਹੜੇ ਮੀਡੀਆ ਦੇਖਦੇ ਆ, ਮਨਜੀਤ ਸਿੰਘ ਸਿੱਧੂ, ਮੁੱਖ ਮੰਤਰੀ ਨਾਲ ਉਹਨਾਂ ਦੇ ਪੁਰਾਣੇ ਤਾਲੁਕਾਤ ਹੈ, ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਹੀ ਮਾਨਸਾ ਦੇ ਵਿੱਚ ਮੀਟਿੰਗ ਕਰ ਰਹੇ ਹੋਣਗੇ। ਨਸ਼ੇ ਖਿਲਾਫ ਜਿਹੜਾ ਪ੍ਰਵਿੰਦਰ ਸਿੰਘ ਝੋਟਾ ਨਾਲ ਸੰਬੰਧਿਤ ਮਾਮਲਾ ਸੀ, ਉਹਦੇ ਵਿੱਚ ਕਾਫੀ ਅਹਿਮ ਡਿਵੈਲਪਮੈਂਟ ਹੋਈ ਹੈ, ਇਹਨਾਂ ਦੀ ਗੱਲਬਾਤ ਅੱਗੇ ਵਧੀ ਹੋਈ ਹੈ। ਬਹੁਤ ਸਾਰੇ ਪਿੰਡਾਂ 'ਚ ਲੋਕ ਆਪ ਹੱਥੋਂ ਹੱਥੀ ਹੋ ਗਏ ਹੋਏ ਆ, ਲੋਕ ਬਹੁਤ ਔਖੇ ਆ, ਤੇ ਗਵਰਨਮੈਂਟ ਨੇ ਇਹਦੇ ਵਿੱਚ ਕੁਝ ਨਵੀਆਂ ਡਿਵੈਲਪਮੈਂਟਸ ਕੀਤੀਆਂ ਨੇ। ਇੱਕ ਤਾਂ ਉਹਨਾਂ ਨੇ ਬਹੁਤ ਨਸ਼ਾ ਫੜਿਆ, ਇੱਕ ਉਹ ਚੁੱਪ ਚਪੀਤੇ ਕੋਈ ਮੁਹਿੰਮ ਚਲਾ ਰਿਹਾ ਜਿਹਨੂੰ ਡਿਸਕਲੋਜ਼ ਨਹੀਂ ਕਰ ਰਹੇ। ਦੂਜੇ ਬੰਨੇ ਬਹੁਤ ਥੋੜੀ ਮਾਤਰਾ 'ਚ ਜਿਹਨਾਂ ਕੋਲ ਨਸ਼ਾ ਫੜਿਆ ਜਾਂਦਾ, ਉਹ ਕਹਿੰਦੇ ਅਸੀਂ ਇਹਨਾਂ ਨੂੰ ਜੇਲ੍ਹਾਂ 'ਚ ਨਹੀਂ ਸੁੱਟਾਂਗੇ। ਮੈਨੂੰ ਲੱਗਦਾ ਜੇਲ੍ਹਾਂ ਦੇ ਵਿੱਚ ਜਗ੍ਹਾ ਵੀ ਨਹੀਂ ਬਚੀ, ਸ਼ਾਇਦ ਇਹ ਵੀ ਇਹ ਸੋਚਦੇ ਆ। ਦੂਜੀ ਗੱਲ, ਜੇਲ੍ਹ 'ਚ ਜਾ ਕੇ ਬੰਦਾ ਅੱਗੇ ਨਾਲੋਂ ਤਗੜਾ ਵੈਲੀ ਹੋ ਕੇ ਨਿਕਲਦਾ। ਪਹਿਲਾਂ ਤੇ ਮਾਸਾ ਖਾਣ ਵਾਲਾ ਜਿਹੜਾ ਹੁੰਦਾ, ਮੁੜ ਕੇ ਉਹ ਵਪਾਰੀ ਹੋ ਕੇ ਨਿਕਲਦਾ। ਕੀ ਕਹਿੰਦੇ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਹੁਣ ਤੱਕ ਦੇ ਜਿੰਨੇ ਇਲਾਜ ਸੀ ਨਾ, ਉਹ ਬਿਮਾਰੀ ਵਧਾ ਰਹੇ ਆ। ਕੀ ਕਹਿੰਦੇ ਰੰਧਾਵਾ ਸਾਹਿਬ, ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ। ਕੱਲ ਜਿਹੜੀ ਸੁਖਚੈਨ ਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਇੰਡੀਕੇਟ ਇਹ ਕੀਤਾ ਹੈ, ਕਿਉਂਕਿ ਇਹ ਇਸ਼ੂ ਜਿਹੜਾ ਹੈਗਾ ਉਹ ਹੈਲਥ ਮਿਨਿਸਟਰ ਜਿਹੜੇ ਹੈਗੇ ਡਾਕਟਰ ਬਲਬੀਰ ਸਿੰਘ, ਉਹਨਾਂ ਨੇ ਉਠਾਇਆ ਸੀਗਾ ਕਿ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਸਿੱਟਣਾ ਗੈਰ ਵਾਜਿਬ ਹੈ। ਇੱਕ ਤਾਂ ਦੇਖੋ ਇਹ ਹੈ ਬਹੁਤ ਜ਼ਿਆਦਾ, ਉਹ ਤੁਸੀਂ ਗੱਲ ਠੀਕ ਕੀਤੀ ਹੈ। ਜੇ ਅੱਜ ਦੀ ਡੇਟ 'ਚ ਤੁਸੀਂ ਟੋਟਲ ਲਗਾਓ ਕਿ ਸਾਡੀ ਸਮਰੱਥਾ ਕਿੰਨੀ ਹੈ ਜੇਲ੍ਹਾਂ ਦੀ, ਉਸ ਤੋਂ 2.5 ਗੁਣਾ ਸਾਡੇ ਕੋਲ ਇਸ ਟਾਈਮ ਜੇਲ੍ਹਾਂ ਦੇ ਵਿੱਚ ਬੰਦੇ ਬੰਦ ਨੇ, ਜਿਸ 'ਚੋਂ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਅਸੀਂ ਆਹੀ ਨਸ਼ੇੜੀਆਂ ਨੂੰ ਹੀ ਬੰਦ ਕੀਤਾ ਹੋਇਆ। ਸੋ ਡਾਕਟਰ ਬਲਬੀਰ ਸਿੰਘ ਨੇ ਜਿਹੜੀ ਇੱਕ ਨਸ਼ੇ ਦੇ ਖਿਲਾਫ ਇੱਕ ਮੀਟਿੰਗ ਕੀਤੀ ਸੀ, ਉਹਦੇ ਵਿੱਚ ਇਹ ਗੱਲ ਉਹਦੇ ਉੱਤੇ ਆਈ ਸੀ। ਉਹਨਾਂ ਨੂੰ ਕਿਉਂਕਿ ਇਸ ਗੱਲ ਦਾ ਕਹਿ ਰਿਹਾ ਵੀ ਜੇ 2.5 ਗੁਣਾ ਬੰਦੇ ਜ਼ਿਆਦਾ ਰਹਿ ਰਹੇ ਨੇ ਤਾਂ ਬਿਮਾਰੀਆਂ ਇਸ ਤੋਂ ਇਲਾਵਾ ਵੀ ਹੋਰ ਲੱਗਣਗੀਆਂ। ਫਿਰ ਉਹਨਾਂ ਨੂੰ ਜਿਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਆ ਜਾਂਦੀਆਂ ਨੇ, ਉਹ ਵੀ ਲਾ ਇਲਾਜ ਹੋ ਜਾਣਗੇ। ਸਾਨੂੰ ਉਧਰ ਵੀ ਖਿਆਲ ਰੱਖਣਾ ਪਏਗਾ। ਤਾਂ ਉਹਨਾਂ ਨੇ ਕਿਹਾ ਸੀ ਵੀ ਛੋਟੇ ਮਾਤਰਾ 'ਚ ਜੇ ਪਕੜੀ ਗਈ ਹੈ ਤਾਂ ਉਹਨਾਂ ਨੂੰ ਜੇਲ੍ਹਾਂ ਦੀ ਬਜਾਏ ਡੀ ਐਡਿਕਸ਼ਨ ਸੈਂਟਰਾਂ 'ਚ ਭੇਜੋ, ਇੱਥੇ ਭੇਜਣ ਦੀ ਲੋੜ ਨਹੀਂ। ਉਸ ਗੱਲ ਨੂੰ ਹੀ ਅੱਗੇ ਵਧਾਉਂਦੇ ਹੋਏ ਹੁਣ ਪੁਲਿਸ ਨੇ ਕੱਲ ਇਹ ਗੱਲ ਕੀਤੀ ਹੈ ਕਿ ਹਾਂ, ਅਸੀਂ ਜਿਹੜੀ NDPC ਐਕਟ ਦੀ ਧਾਰਾ 64 ਹੈ, ਜਿਹਦੇ ਵਿੱਚ ਮਤਲਬ ਇਹਨਾਂ ਦੀ ਸਜ਼ਾ ਜਾਂ ਇਹਨਾਂ ਨੂੰ ਜੇਲ੍ਹ 'ਚ ਰੱਖਣ ਦੀ ਪ੍ਰੋਵੀਜ਼ਨ ਹੈ, ਉਹਦੇ ਉੱਤੇ ਅਸੀਂ ਥੋੜਾ ਜਿਹਾ ਸੰਸ਼ੋਧਨ ਲੈ ਕੇ ਆਵਾਂਗੇ। ਤੇ ਮੇਰੇ ਖਿਆਲ ਹੈ ਕਿ ਉਦੋਂ ਇਹ ਫਿਰ ਹੋ ਜਾਏਗਾ ਕਿ ਨਹੀਂ, ਇਹਨਾਂ ਨੂੰ ਜੇਲ੍ਹਾਂ 'ਚ ਭੇਜਣ ਦੀ ਲੋੜ ਨਹੀਂ, ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ 'ਚ ਭੇਜੋ ਤਾਂ ਕਿ ਉੱਥੇ ਆਪਣਾ ਇਲਾਜ ਵੀ ਕਰਾ ਸਕਣ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਲਾਜ ਤਾਂ ਜਿਉਂ-ਜਿਉਂ ਅਸੀਂ ਕਰੀ ਜਾ ਰਹੇ ਹਾਂ, ਉਹ ਮਰਜ਼ ਵਧੀ ਜਾ ਰਿਹਾ, ਕਿਉਂਕਿ ਮਰਜ਼ ਗਲਤ ਦਿਸ਼ਾ ਵੱਲ ਗਿਆ ਹੋਇਆ। ਮੈਂ ਪਹਿਲਾਂ ਵੀ ਉਸ 'ਚ ਗੱਲ ਚੁੱਕਿਆ ਸੀ ਵੀ ਜਦੋਂ ਤੁਸੀਂ ਸਿੰਥੈਟਿਕ ਡਰੱਗਸ ਨੂੰ ਕਾਬੂ ਕਰਨਾ ਤਾਂ ਤੁਹਾਨੂੰ ਪੈਰਲਰ ਉਹਦੇ ਆਰਗੈਨਿਕ ਡਰੱਗ ਚਲਾਣੀ ਹੀ ਪਊਗੀ, ਅਦਰਵਾਈਜ਼ ਉਹ ਨਿਕਲ ਹੀ ਨਹੀਂ ਸਕਦੇ ਤੁਸੀਂ ਉਹ ਚੋਂ। ਤੁਸੀਂ ਦੇਖੋ ਵੀ
ਇਹ ਡਰਗ ਇੰਨੀ ਕੁ ਮਹਿੰਗੀ ਹੋ ਚੁੱਕੀ ਹੈ, ਜਿਹੜੀ ਸਿੰਥੈਟਿਕ ਡਰਗ ਹੈ, ਇੰਨਾ ਕੁ ਮਹਿੰਗਾ ਹੋ ਚੁੱਕਿਆ ਨਸ਼ਾ ਇਹ, ਕਿ ਇੱਕ ਤਾਂ ਇਹ ਜਾਨਲੇਵਾ ਹੈ, ਦੂਜਾ ਇਹ ਬੰਦੇ ਨੂੰ ਕੰਮ ਵੀ ਨਹੀਂ ਕਰਨ ਦਿੰਦਾ, ਤੀਜਾ ਇਹ ਮਹਿੰਗਾ ਇੰਨਾ ਹੈ ਕਿ ਬੰਦੇ ਸਨੈਚਿੰਗ ਜਾਂ ਚੋਰੀ, ਜਾਂ ਘਰ ਦੇ ਵਿੱਚ ਅੱਜ ਆਇਆ ਸੀਗਾ ਇੱਕ ਬੜੀ ਖਤਰਨਾਕ ਖਬਰ ਆਈ ਹੈ ਕਿ ਇੱਕ ਪਿਓ ਨਹੀਂ, ਮਤਲਬ ਆਪਣੇ ਨਸ਼ੇੜੀ ਮੁੰਡੇ ਨੂੰ ਚਾਕੂ ਨਾਲ ਗੋਦ ਕੇ ਮਾਰਤਾ। ਸੋ ਜਦੋਂ ਅਸੀਂ ਇਹਨਾਂ ਦਿਸ਼ਾਵਾਂ ਵੱਲ ਵੱਧਦੇ ਹਾਂ, ਇਹ ਸਾਰੇ ਇਸ ਚੀਜ਼ ਦੇ ਤੁਸੀਂ ਕਹੋ ਵੀ ਇਹਦੇ ਆਊਟਕਮਸ ਨੇ। ਤੇ ਤੁਸੀਂ ਦੇਖੋ ਵੀ ਫਿਰ ਅਸੀਂ ਚੱਲ ਕਿੱਧਰ ਰਹੇ ਹਾਂ। ਅਸੀਂ ਜਾ ਤਾਂ ਰਹੇ ਸੀ ਵੀ ਨਸ਼ੇ ਨੂੰ ਅਸੀਂ ਠੱਲ ਪਾਈਏ ਕੋਈ, ਪਰ ਦਿਸ਼ਾ ਸਾਡੀ ਕੁਝ ਹੋਰ ਹੋ ਗਈ ਹੈ। ਇਹਦਾ ਮਤਲਬ ਇਹ ਹੈ ਕਿ ਸਾਡੇ ਕਿਤੇ ਨਾ ਕਿਤੇ ਕੋਈ ਖਾਮੀ ਹੈਗੀ ਹੈ ਜਿਹਨੂੰ ਵਿਚਾਰਨ ਦੀ ਲੋੜ ਹੈਗੀ ਹੈ, ਵੱਡੀ ਵਿਚਾਰਨ ਦੀ ਲੋੜ। ਭਾਸਕਰ ਸਾਹਿਬ, ਇਹ ਬੜੀ ਤਰਾਸਦੀ ਹੈ। ਮੈਨੂੰ ਯਾਦ ਹੈ ਅਸੀਂ ਬਹੁਤ ਛੋਟੇ ਸੀਗੇ, ਪਿੰਡਾਂ ਦੇ ਵਿੱਚ ਕੋਈ ਬੰਦਾ ਅਫੀਮ ਖਾਂਦਾ ਹੁੰਦਾ ਸੀ ਤੇ ਉਹ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਕਿ ਇਹ ਵੈਲੀ ਆ, ਇਹ ਅਮਲੀ ਆ, ਮਤਲਬ ਉਹਨੂੰ ਵੱਖ-ਵੱਖ ਤਰ੍ਹਾਂ ਦੇ ਨਾਮ ਹੀ ਪਾਏ ਹੁੰਦੇ, ਤੇ ਉਹ ਵੀ ਬੜਾ ਬਾਦਸ਼ਾਹਾਂ ਵਾਂਗ ਵਿਚਰਦਾ ਹੁੰਦਾ ਸੀ। ਕੋਈ ਇਸ ਤਰ੍ਹਾਂ ਨਹੀਂ ਸੀ ਕਿ ਉਹ ਮਤਲਬ ਅਛੂਤ ਸੀਗਾ। ਤੇ ਹੌਲੀ-ਹੌਲੀ ਉਹ ਦੌਰ ਵੀ ਇਹੋ ਜਿਹਾ ਸੀਗਾ। ਮੈਨੂੰ ਯਾਦ, ਕੋਈ ਘਰ ਪ੍ਰਾਹੁਣਾ ਆ ਜਾਣਾ ਤੇ ਕਿਤੋਂ ਲਾਗਲੇ ਪਿੰਡ ਚੋਂ ਸ਼ਰਾਬ ਦੀ ਬੋਤਲ ਲਿਆਉਣੀ ਤੇ ਉਹ ਟੇਬਲ ਥੱਲੇ ਰੱਖੀ ਹੁੰਦੀ ਸੀਗੀ। ਟੇਬਲ ਥੱਲੇ ਖਾਸ ਤੌਰ ਤੇ ਸਾਡੇ ਫੁੱਫੜ ਟਰਾਂਸਪੋਰਟ ਦੇ ਧੰਦੇ 'ਚ ਸੀ, ਉਹਨਾਂ ਨੇ ਅੱਧੀ ਕੁ ਰਾਤ ਨਾ ਆਉਣਾ ਤੇ ਉਦੋਂ ਹੀ ਕੋਈ ਨਾ ਕੋਈ ਜੁਗਾੜ ਕਰਨਾ ਪੈਂਦਾ ਹੁੰਦਾ ਸੀ। ਮੁਰਗਾ ਵਿੱਚ ਢਕਾਉਂਦੇ ਹੁੰਦੇ ਸੀ ਰਾਤ ਨੂੰ, ਪ੍ਰਾਹੁਣਾਚਾਰੀ ਸੀ। ਆਪਾਂ ਕਲਚਰ ਮਾਰ ਲਿਆ ਆਪਣਾ। ਮੈਂ ਕਈ ਵਾਰੀ ਨਾ ਤਕਲੀਫ ਫੀਲ ਕਰਦਾ ਹੈ ਕਿ ਯਾਰ ਹੁਣ ਤਾਂ ਕੋਈ ਆਉਂਦਾ ਹੋਵੇ ਜਾਂ ਕੋਈ ਅਨਵਾਂਟਡ ਲੋਕ ਲੱਗਣ ਲੱਗ ਪਏ, ਕਿਸੇ ਕੋਲ ਬਹਿਣ ਲਈ ਫੁਰਸਤ ਨਹੀਂ ਬਚੀ। ਅਸੀਂ ਕੰਮਾਂ ਕਾਜਾਂ ਦੇ ਵਿੱਚ ਹੀ ਰਿਸ਼ਤੇ ਪਾਲੀ ਜਾਂਦੇ ਹਾਂ। ਜਿਹੜੇ ਸਾਡੇ ਬਲੱਡ ਰਿਲੇਸ਼ਨਸ ਨੇ, ਇੱਕ ਦੂਜੇ ਨਾਲ ਭੈਣ ਭਰਾਵਾਂ ਦੇ ਰਿਸ਼ਤੇ ਨੇ, ਦੂਰ ਤੱਕ ਜਿਹੜੇ ਸਾਨੂੰ ਔਖੇ ਸੌਖੇ ਵੇਲੇ ਖੜੇ ਹੁੰਦੇ ਸੀ ਨਾਲ, ਕੋਈ ਮਰ ਜੇ ਤੇ ਉਹਦੀ ਅਰਥੀ ਦੇ ਉੱਤੇ ਕਿੰਨਾ ਇਕੱਠ ਹੁੰਦਾ ਸੀਗਾ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਉਹ ਸਭ ਕੁਝ ਗਵਾ ਕੇ ਜੇ ਕੋਈ ਪਾਇਆ ਤਾਂ ਨਸ਼ਾ ਪਾਇਆ। ਆਪਾਂ ਜ਼ਿੰਦਗੀ ਦਾ ਨਸ਼ਾ ਜਿਹੜਾ ਗਵਾ ਲਿਆ ਤੇ ਅਸੀਂ ਇਹਨਾਂ ਨਸ਼ਿਆਂ ਦੇ ਵਿੱਚ ਗਰਕੇ ਆ। ਮਰੇ ਅਸੀਂ ਨਹੀਂ, ਮਾਰੇ ਗਏ ਆ। ਹੁਣ ਇਹ ਸਾਜ਼ਿਸ਼ ਤੋਂ ਕੌਣ, ਕਦੇ ਇਹਦੇ ਉੱਤੇ ਕਦੇ ਕੋਈ ਖੁੱਲੀ ਜਾਂਚ ਹੋਊਗੀ ਕਿ ਕੌਣ ਲਿਆਇਆ, ਕਿੱਦਾਂ ਲਿਆਇਆ, ਪੋਲੀਟੀਸ਼ੀਅਨ ਤੇ ਪੁਲਿਸ ਦਾ ਨੈਕਸਸ ਕਿੱਦਾਂ ਬਣਿਆ, ਪਹਿਲੇ ਸਮਗਲਰ ਤੇ ਉਸ ਤੋਂ ਬਾਅਦ ਹੋਣ ਵਾਲੇ ਕੀ ਕੁਝ ਹੁੰਦਾ ਰਿਹਾ। ਮੈਂ ਕੀ ਕਹਾਂ, ਮੈਨੂੰ ਤਾਂ ਕੁਝ ਕਹਿਣਾ ਵੀ ਨਹੀਂ ਆਉਂਦਾ। ਜਿੱਥੇ ਤੱਕ ਨਸ਼ਿਆਂ ਦਾ ਮਾਮਲਾ ਹੈ, ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਸਿਰਫ ਔਰ ਸਿਰਫ ਰਾਜਨੀਤੀ ਹੋ ਰਹੀ ਹੈ। ਉੜਦਾ ਪੰਜਾਬ, ਜਦ 2017 ਤੋਂ ਪਹਿਲੇ ਇੱਕ ਮੂਵੀ ਬਣੀ ਸੀ ਤੇ ਪੰਜਾਬ ਦੇ ਵਿੱਚ ਉਸ ਟਾਈਮ ਦੀ ਰੂਲਿੰਗ ਪਾਰਟੀ ਅਕਾਲੀ ਦਲ, ਉਹਨੇ ਵਿਰੋਧ ਕੀਤਾ ਸੀ ਪੰਜਾਬ ਨੂੰ ਉੜਦਾ ਪੰਜਾਬ ਕਿਉਂ ਕਹਿ ਰਹੇ, ਔਰ ਬਾਅਦ ਚੋਂ ਉਹੀ ਮੂਵੀ ਨੂੰ ਪੰਜਾਬ ਦੇ ਵਿੱਚ ਬੜੀ ਅੱਛੀ ਇੱਕ ਆਡੀਅנס ਮਿਲੀ ਔਰ ਉਸ ਮੂਵੀ ਨੂੰ ਸਰਾਇਆ ਵੀ ਗਿਆ। ਪਰ ਹੁਣ ਅੱਜ ਆਪਾਂ ਕਿੱਥੇ ਖੜੇ? ਸਾਡੇ ਪੰਜਾਬ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਚਰਚਾਵਾਂ ਹੋ ਰਹੀਆਂ, ਨੈਸ਼ਨਲ ਲੈਵਲ ਤੇ, ਕੌਮਾਂਤਰੀ ਲੈਵਲ ਤੇ ਕਈ ਗੱਲਾਂ ਹੁੰਦੀਆਂ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ। ਪਰ ਤੁਸੀਂ ਦੇਖੋ ਕਿ ਆਹ ਜਿਹੜੀ ਸਕੀਮ ਨਹੀਂ, ਇਹ ਜਿਹੜੀ NDPS ਦੇ ਵਿੱਚ ਧਾਰਾ 64 ਦੇ ਵਿੱਚ ਜਿਹੜੀ ਰਿਲੈਕਸੇਸ਼ਨ ਦੀ ਗੱਲ ਇਹਨਾਂ ਨੇ ਕੀਤੀ ਹੈ, ਇਹ ਕਈ ਦੇਸ਼ਾਂ ਦੇ ਵਿੱਚ ਤੇ ਪਹਿਲੇ ਲਾਗੂ ਹੋ ਚੁੱਕੀ ਹੈ। ਕੈਨੇਡਾ ਹਾਲ ਦਾ ਇੱਕ ਦੇਸ਼ ਹੈਗਾ ਜਿਹਦੇ ਵਿੱਚ 2.5 ਗ੍ਰਾਮ ਕੋਕੀਨ, ਹੀਰੋਇਨ ਤੇ MDMA ਉਹ ਅਲਾਓ ਕਰਤਾ। ਔਰ ਉਹਨਾਂ ਦਾ ਅਲਾਓ ਕਰਨ ਦਾ ਵੀ ਇਹ ਮਕਸਦ ਹੈਗਾ ਕਿ ਜਿਹੜੇ ਨਸ਼ੇ ਤੋਂ ਐਡਿਕਟ ਹੈਗੇ ਨੇ ਉਹਨਾਂ ਨੂੰ ਨਾ ਨਿਸ਼ਾਨਾ ਬਣਾਈਏ। ਹਾਂ, ਨਸ਼ੇ ਵੇਚੇ ਵਾਲਿਆਂ ਨੂੰ ਇਸ ਤੋਂ ਐਕਸਕਲੂਡ ਕੀਤਾ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰਿਆਇਤ ਨਹੀਂ ਹੈ। ਔਰ ਇਹ ਸਿਰਫ ਕੈਨੇਡਾ ਪਹਿਲੀ ਕੰਟਰੀ ਨਹੀਂ ਹੈ, ਔਰ ਉੱਥੇ ਇਹ ਐਕਸਪੈਰੀਮੈਂਟ ਸਕਸੈਸਫੁਲੀ ਹੋ ਰਿਹਾ ਹੈ। ਇਹ ਹਜੇ ਫਿਲਹਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਇਆ ਹੈ। ਪੂਰੇ ਕੈਨੇਡਾ ਦੇ ਵਿੱਚ ਸਾਰੇ ਪ੍ਰੋਵਿੰਸਿਸ ਦੇ ਵਿੱਚ ਹੋਣਾ ਹਜੇ ਬਾਕੀ ਹੈ। ਉਸ ਤੋਂ ਪਹਿਲੇ ਕਈ ਸੂਬਿਆਂ ਦੇ, ਕਈ ਦੇਸ਼ਾਂ ਦੇ ਵਿੱਚ ਇਹ ਆਲਰੇਡੀ ਸੀਗਾ। ਔਰ ਸਵਿਟਜ਼ਰਲੈਂਡ ਵਰਗੀ ਯੂਰੋਪੀਅਨ ਕੰਟਰੀ, ਨੀਦਰਲੈਂਡਸ, ਪੁਰਤਗਾਲ, ਇੱਥੇ ਇਹ ਆਲਰੇਡੀ ਇੱਕ ਕੁਆਂਟੀਟੀ ਤੱਕ ਡਰਗ ਅਲਾਉਡ ਹੈ। ਚੈਕ ਰਿਪਬਲਿਕ ਬੜੀ ਸਖਤ ਹੈਗੀ ਹੈ ਡਰਗ ਦੇ ਖਿਲਾਫ, ਉੱਥੇ ਵੀ ਇੱਕ ਮਤਲਬ ਸਰਟਨ ਕੁਆਂਟੀਟੀ ਦੀ ਡਰਗ ਅਲਾਉਡ ਹੈਗੀ ਹੈ। ਹੁਣ US ਦੇ ਵਿੱਚ ਵੀ ਕੁਝ ਪ੍ਰੋਵਿੰਸਿਸ ਹੈਗੇ ਨੇ ਜਿਹਦੇ ਵਿੱਚ ਇਹ ਅਲਾਉਡ ਹੈਗੀ ਹੈ। 22 ਕੰਟਰੀਆਂ ਦੀ ਲਿਸਟ ਬਣਾਈ ਗਈ ਪਿੱਛੇ, ਜਿਹਦੇ ਵਿੱਚ ਡਰਗ ਦੀ ਇਹ ਮਾਤਰਾ ਜਾਂ ਡਰਗ ਕੰਜ਼ਿਊਮਿੰਗ ਕੰਟਰੀ ਜਿਹਨੂੰ ਆਪਾਂ ਕਹੀਏ, ਉਹਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਵੀ ਨਾਂ ਹੈਗਾ, ਬੰਗਲਾਦੇਸ਼ ਦਾ ਉਹਦੇ ਵਿੱਚ ਨਾਂ ਬੇਸ਼ੱਕ ਨਹੀਂ ਹੈ, ਲੇਕਿਨ ਅਫਗਾਨਿਸਤਾਨ ਜਿੱਥੋਂ ਇਹ ਡਰਗ ਸਪਲਾਈ ਹੁੰਦੀ ਹੈ ਪਾਕਿਸਤਾਨ ਦੇ ਥਰੂ ਇੰਡੀਆ ਤੋਂ ਫਿਰ ਯੂਰਪ ਜਾਂ UK ਜਾਂ ਕਿਸੇ ਵੀ ਜਗ੍ਹਾ ਜਾਂਦੀ ਹੈ। ਇਹ ਸਾਰੀ ਗੱਲਾਂ ਦੇ ਉੱਤੇ ਇੱਕ ਨਿੱਠ ਕੇ ਇੱਕ ਨੀਤੀ ਬਣਾਉਣ ਦੀ ਲੋੜ ਹੈ। ਭਾਸਕਰ ਸਾਹਿਬ, ਬੜੀ ਕਾਹਲੀ ਚ ਆਏ ਹੁਣ ਆਪਾਂ ਬਿਲਕੁਲ ਕੋਈ ਪ੍ਰਵਚਨ ਨਹੀਂ ਕਰਨੇ। ਮੈਂ ਆਪਣੇ ਆਪ ਤੋਂ ਸ਼ੁਰੂ ਕਰਦਾ ਇਸ ਗੱਲ ਤੇ। ਗਿੱਦੜਬਾਹੇ ਦੇ ਵਿੱਚ BDPO ਦਫ਼ਤਰ ਦਾ ਮਾਮਲਾ ਤੇ ਪਟਵਾਰੀਆਂ ਨੂੰ ਜਿਹੜੇ ਪੱਕੇ ਬੈਠੇ ਹੋਏ ਸੀ ਉਹਨਾਂ ਨੂੰ ਚੱਕ ਚਕਾ ਕਰਨ ਦਾ ਮਾਮਲਾ, ਵੀ ਇਹਨਾਂ ਦੇ ਖੋਲੋ ਬਸਤੇ ਜੇ ਵਾਧੂ ਜਿਹੜੇ ਆ, ਇਹ ਮਾਮਲੇ ਦੋਨੇ ਇਕੱਠੇ ਕਲੱਬ ਕਰ ਦਿਓ। ਦੇਖੋ, ਜਿੱਥੇ ਤੱਕ ਗਿੱਦੜਬਾਹੀ ਦੀ ਗੱਲ ਹੈਗੀ ਹੈ ਉਹ ਬੜੀ ਇੰਟਰਸਟਿੰਗ ਜੀ ਗੱਲ ਹੈਗੀ ਹੈ। ਦੱਸਾਂਗਾ ਮੈਂ ਜਲਦੀ ਵਿੱਚ, ਲੇਕਿਨ ਤੁਹਾਨੂੰ ਇਹ ਜ਼ਰੂਰ ਇੰਟਰਸਟਿੰਗ ਲੱਗੇਗੀ ਕਿ ਇਦਾਂ ਵੀ ਹੁੰਦਾ ਪੰਜਾਬ ਦੇ ਵਿੱਚ। ਇਹ ਦੂਜੇ ਸੂਬਿਆਂ ਦੇ ਵਿੱਚ ਕਈ ਵਾਰ ਆਪਾਂ ਗੱਲਾਂ ਸੁਣੀਆਂ ਸੀਗੀ
ਇੱਕ ਆਰਟੀਆਈ ਐਕਟਿਵਿਸਟ ਨੇ ਪਾਤੀ ਚਿੱਠੀ ਬੀਡੀਪੀਓ ਦੇ ਦਫ਼ਤਰ ਦੇ ਵਿੱਚ ਕਿਸ ਆਈਟਮ ਦਾ, ਕਿਉਂਕਿ ਉਹ ਡਿਵੈਲਪਮੈਂਟ ਦੇ ਕੰਮ ਕਰਦੇ ਨੇ, ਬਲਾਕ ਡਿਵੈਲਪਮੈਂਟ ਉਹਦੇ ਨਾਂ ਦੀ ਵਿੱਚ ਹੀ ਹੈਗਾ, ਤੇ ਉਹ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਜਿੰਨਾ ਕੋਈ ਮਟੀਰੀਅਲ ਲਿੱਤਾ, ਕਿਸ ਰੇਟ ਤੇ ਲਿੱਤਾ, ਕਿੱਦਾਂ ਲਿੱਤਾ, ਉਹਦਾ ਕੁਝ ਜ਼ਿਕਰ ਉਸ ਆਰਟੀਆਈ ਦੀ ਇਨਫੋਰਮੇਸ਼ਨ ਦੇ ਵਿੱਚ ਨਿਕਲ ਕੇ ਆਇਆ, ਜਿਹਦੇ ਵਿੱਚ ਬਕਾਇਦਾ ਬਿੱਲ ਨੰਬਰ ਦਿੱਤੇ ਹੋਏ ਨੇ। ਬਿੱਲ ਨੰਬਰ 112 ਜਿਹੜਾ ਉਸ ਬੀਡੀਪੀਓ ਦਫ਼ਤਰ ਨੇ ਦਿੱਤਾ, ਉਹਦੇ ਵਿੱਚ 390 ਇੱਟਾਂ ਦਾ ਆਰਡਰ ਦਿੱਤਾ ਗਿਆ ਔਰ 400 ਰੁਪਏ ਦੀ ਇੱਕ ਇੱਟ ਪਈ, ਯਾਨੀ 1,56,000 ਰੁਪਏ ਦੀ 390 ਇੱਟਾਂ। ਫਿਰ ਇੱਕ ਕੋਡ ਰਿਪੀਟ ਵੀ ਕੀਤਾ ਗਿਆ। ਉਸ ਤੋਂ ਬਾਅਦ 123 ਨੰਬਰ ਬਿੱਲ 350 ਇੱਟਾਂ ਔਰ ਉਹਦਾ ਬਿੱਲ ਦਿੱਤਾ ਗਿਆ 1,40,000। ਦੱਸੋ ਰੰਧਾਵਾ ਜੀ, 400 ਰੁਪਏ ਦੀ ਇੱਟ, ਹੱਦ ਕਰਤੀ ਹੈ। ਪੰਜਾਬ ਦੀ ਸੋਨੇ ਦੀ ਇੱਟਾਂ ਨਾਲ ਅੱਗੇ ਚੱਲ ਕੇ ਡਿਵੈਲਪਮੈਂਟ ਹੋਏਗੀ, ਇਹ ਇੰਡੀਕੇਸ਼ਨ ਹੈਗੀ ਹੈ, ਔਰ ਪੰਜਾਬ ਸੋਨੇ ਦੀ ਚਿੜੀਆ ਬਣ ਜਾਊਗਾ ਜੇ ਇੱਟਾਂ ਤੇ ਰੇਟ ਹਜੇ 400 ਰੁਪਏ ਚੱਲ ਰਿਹਾ। ਔਰ ਸੀਮੈਂਟ ਦੀ ਬੋਰੀ, ਚਲੋ 400-500 ਰੁਪਏ ਦੀ ਤਾਂ ਸੁਣੀ ਸੀਗੀ, 3500 ਰੁਪਏ ਦੀ ਬੋਰੀ ਰੰਧਾਵਾ ਜੀ ਸੁਣੀ ਹੈ ਕਦੀ? ਹੁਣ ਦੱਸੋ ਤੁਸੀਂ, ਉਸ ਬੀਡੀਪੀਓ ਨੇ ਜਿਹਨੇ ਇਹ ਕਾਰਨਾਮਾ ਕੀਤਾ ਹੈ, ਉਹਨੂੰ ਕੀ ਆਖਰ ਜੜੀ ਸੀ ਕਿ ਏਦਾਂ ਦੀ ਹੇਰਾ ਫੇਰੀ? ਵੀ ਪੰਜਾਬ ਦੇ ਵਿੱਚ ਸਾਰੇ ਅਨਪੜ੍ਹ ਬੈਠੇ ਹੋਏ ਨੇ, ਇਹ ਬਿੱਲ ਉੱਤੇ ਤੱਕ ਪਾਸ ਹੋਏਗਾ, ਜਾਂ ਤੇ ਫਿਰ 3500 ਰੁਪਏ ਵਾਲੀ ਬੋਰੀ ਦੇ ਹਿਸਾਬ ਨਾਲ ਉੱਤੇ ਤੱਕ ਪੈਸੇ ਜਾਂਦੇ ਹੋਣਗੇ, ਥੱਲੋਂ ਸ਼ੁਰੂ ਹੁੰਦੇ ਹੋਣਗੇ, ਤਾਂ ਇਹ ਬੋਰੀ 3500 ਰੁਪਏ ਦੀ ਹੁੰਦੀ ਹੈ। ਹੁਣ ਬੀਡੀਪੀਓ ਤੋਂ ਜਦ ਇਹ ਗੱਲ ਪੁੱਛੀ ਜਾਏਗੀ, ਇਨਕੁਆਇਰੀ ਡੀਸੀ ਸਾਹਿਬ, ਭਾਸਕਰ ਸਾਹਿਬ, ਬੀਡੀਪੀਓ ਸਾਹਿਬ ਤੋਂ ਪਹਿਲਾਂ ਮੈਨੂੰ ਇੰਝ ਲੱਗਦਾ ਹੈ ਵੀ ਜਿੰਨੇ ਵੀ ਇਹ ਆਰਟੀਆਈ ਦਾ ਦਿੱਤਾ ਜਵਾਬ ਨਾ, ਉਹਨੇ ਕੁਆਂਟੀਟੀ ਦੇ ਵਿੱਚ ਹੇਰਾਫੇਰੀ ਕੀਤੀ ਆ। ਜਿੱਦਾਂ ਤੁਸੀਂ ਕਹਿ ਰਹੇ ਕਿ 3500 ਰੁਪਏ ਦੀ ਬੋਰੀ, ਮੈਨੂੰ ਲੱਗਦਾ ਬੋਰੀ 350 ਦੀ ਹੋਣੀ ਆ। ਉਹ ਜਿਹੜਾ ਏਦਾਂ 10 ਲਿਖਣਾ ਸੀ ਨਾ ਨਾਲ ਪਰ, ਨਾ ਪਰ ਵੈਸੇ ਇਹ ਗੱਲਾਂ ਹੈ ਜ਼ਰੂਰ ਵੀ ਕੋਈ ਕਲੈਰੀਕਲ ਮਿਸਟੇਕ ਹੈ ਇਹਦੇ ਵਿੱਚ, ਏਦਾਂ ਹੋ ਨਹੀਂ ਸਕਦਾ। ਕੋਈ ਏਡਾ ਕਮਲਾ ਬੀਡੀਪੀਓ ਨਹੀਂ ਜੀ। ਇਹ ਕਲੈਰੀਕਲ ਮਿਸਟੇਕ ਇਸ ਕਰਕੇ, ਇਹ ਕਲੈਰੀਕਲ ਮਿਸਟੇਕ ਇਸ ਕਰਕੇ ਨਹੀਂ ਹੈਗਾ ਕਿ ਇਹ ਇੱਕ ਬਿੱਲ ਨਹੀਂ ਹੈਗੇ, 4-5 ਬਿੱਲ ਹੈਗੇ ਨੇ। ਤੁਸੀਂ ਦੱਸੋ ਕਿ ਸਾਲ ਵਿੱਚ ਕਿੰਨੇ ਦਿਨ ਹੁੰਦੇ ਆ? 365 ਦਿਨ। ਔਰ ਮਨਰੇਗਾ ਦੇ ਵਿੱਚ ਦਿਹਾੜੀ ਦਿੱਤੀ 400 ਤੋਂ 1100 ਦਿਨ ਦੀ ਇੱਕ ਬੰਦੇ ਨੂੰ। ਤੁਸੀਂ 365 ਦਿਨ ਦੇ ਵਿੱਚ 1100 ਦਿਨਾਂ ਦੀ ਦਿਹਾੜੀ ਕਿੱਦਾਂ ਦੇ ਸਕਦੇ ਹੋ? ਇਹ ਕਲੈਰੀਕਲ ਮਿਸਟੇਕ ਨਹੀਂ ਹੁੰਦੀ। ਉੱਥੇ ਆਈ ਹੋਣੀ ਹੈ ਹਨੇਰੀ, ਉਹਨੂੰ ਪਤਾ ਹੁੰਦਾ, ਉੱਤੇ ਵਾਲੇ ਕੁਝ ਪੁੱਛਦੇ ਨਹੀਂ, ਬਲਕਿ ਉਹ ਮੰਗਦੇ ਨੇ ਸਾਡਾ ਹਿੱਸਾ ਕਿੱਥੇ ਹੈ, ਹਿੱਸਾ ਮੋਟਾ ਦੇਣ ਵਾਸਤੇ। ਕਿਉਂਕਿ ਉਸ ਤੋਂ ਪਹਿਲੇ ਕੋਈ ਅਫਸਰ ਲੱਗਿਆ ਹੁੰਦਾ, ਕੋਈ ਮੁਲਾਜ਼ਮ ਲੱਗਿਆ ਹੁੰਦਾ, ਕਹਿੰਦਾ ਪਹਿਲੇ ਵਾਲਾ 10 ਰੁਪਏ ਦਿੰਦਾ ਸੀ ਤੇ ਮੈਂ 100 ਦੇ ਕੇ ਆਪਣੀ ਸੀਟ ਪੱਕੀ ਕਰ ਲਾਂ। ਤੇ ਉਹ ਸੀਟ ਪੱਕੀ ਕਰਨ ਵਾਸਤੇ ਇਹ ਸਾਰਾ ਖੇਡ ਚੱਲਦਾ ਹੈ ਕਿ ਜਦ ਮੈਂ ਇੰਨੇ ਪੈਸੇ ਦਊਂਗਾ ਤੇ ਮੈਨੂੰ ਬਦਲਿਆ ਹੀ ਨਹੀਂ ਜਾਏਗਾ ਕਦੀ, ਔਰ ਮੇਰੀ ਚੈਕਿੰਗ ਕੌਣ ਕਰੇਗਾ? ਇਹੀ ਕਰ ਰਹੇ ਨੇ ਜਿਹਨਾਂ ਨੂੰ ਪੈਸੇ ਦੇ ਰਹੇ ਆ, ਉਹਨਾਂ ਨੇ ਘੁੱਗੀ ਮਾਰ ਦੇਣੀ ਹੈ। ਹੁਣ ਡੀਸੀ ਸਾਹਿਬ ਨੇ ਕਰਤੀ ਹੈ ਇਨਕੁਆਇਰੀ ਆਰਡਰ, ਤੇ ਹੁਣ ਹਿਸਾਬ ਤੇ ਡੀਸੀ ਸਾਹਿਬ ਨੂੰ ਵੀ ਦੇਣਾ ਪਏਗਾ ਕਿ ਇਸ ਮੁੱਦੇ ਦੇ ਉੱਤੇ ਜੇ ਕਲੀਨ ਚਿੱਟ ਡੀਸੀ ਸਾਹਿਬ ਦੇ ਦਿੰਦੇ ਨੇ ਤੇ ਤੁਸੀਂ ਦੱਸੋ ਗੱਲ ਕਿੱਥੇ ਜਾ ਕੇ ਖੜਦੀ ਹੈ? ਕਿੱਥੋਂ ਮਿਲੂਗੀ ਕਲੀਨ ਚਿੱਟ? ਉਹ ਰਾਜਾ ਵੜਿੰਗ ਉਹਨਾਂ ਦਾ ਏਰੀਆ ਹੈਗਾ, ਰਾਜਾ ਵੜਿੰਗ ਆਪ ਵੀ ਚਾਹਣ ਨਾ ਕਿ ਮੁੱਖ ਮੰਤਰੀ ਨੂੰ ਮਿਲ ਕੇ ਕਿਸੇ ਤਰੀਕੇ ਨਾਲ ਆਪਣੇ ਬੰਦੇ ਨੂੰ ਬਚਾਉਣਾ, ਜਾਂ ਉਹਨਾਂ ਦਾ ਬੰਦਾ ਨਾ ਵੀ ਹੋਏ। ਤੇ ਇਹ ਸਾਰੀ ਗੱਲਾਂ ਹੁਣ ਬਲੈਕ ਐਂਡ ਵਾਈਟ ਦੇ ਵਿੱਚ ਆ ਗਈ ਹੈ। ਔਰ ਤੁਸੀਂ ਕਲੈਰੀਕਲ ਮਿਸਟੇਕ ਦਾ ਹਵਾਲਾ ਦੇ ਕੇ ਕਿਸੇ ਵੀ ਤਰੀਕੇ ਨਾਲ ਕੋਈ ਕਨਫਿਊਜ਼ਨ ਨਾ ਕ੍ਰੀਏਟ ਕਰੋ। ਇਹ ਤੇ ਤਕਰੀਬਨ ਸਾਰੇ ਬਿੱਲਾਂ ਦੇ ਵਿੱਚ ਹੀ ਇਹ ਕੰਮ ਹੈਗਾ। ਪਰ ਤੁਸੀਂ ਤੋੜਾ ਰਾਜਾ ਵੜਿੰਗ ਤੇ ਜ਼ਰੂਰ ਝਾੜਨਾ ਹੁੰਦਾ। ਅੱਜ ਜੋ ਮੀਟਿੰਗ ਕਰਨੀ ਉਹਨਾਂ ਨੇ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਸੁੱਖਾਂ ਨਾਲ ਉਹ ਸਰਕਾਰ ਦਾ ਹਿੱਸਾ ਜਲਦੀ ਬਣਨ ਵਾਲੇ ਨੇ, ਭਾਵੇਂ ਬਾਹਰੋਂ ਰਹਿ ਕੇ ਹੀ ਬਣਨ। ਇੰਦਰਪ੍ਰੀਤ ਜੀ, ਇਹਦੇ ਉੱਤੇ ਤੁਹਾਡੀ ਕੋਈ ਟਿੱਪਣੀ ਤਾਂ ਹੈ ਤਾਂ ਦੱਸੋ। ਤੁਸੀਂ ਵੀ ਇਹੋ ਜਿਹੇ ਫਾਹ ਲੈਂਦੇ ਰਹਿੰਦੇ ਹੋ। ਕੀ ਇਹ ਵੈਸੇ ਤੁਹਾਨੂੰ ਬੀਡੀਪੀਓ ਦਫ਼ਤਰ ਦਾ ਜਿਹੜਾ ਨਵਾਂ ਚੰਦ ਚਾੜਿਆ, ਇਹਦੇ ਵਿੱਚ ਤੁਹਾਨੂੰ ਕਿਹੋ ਜਿਹਾ ਚੰਦ ਲੱਗਦਾ? ਗੋਲ ਹੈ ਕਿ ਜਾਂ ਉਹ ਕਰਵ ਵਾਲਾ ਹੀ ਹੈ? ਮੈਂ ਰੰਧਾਵਾ ਸਾਹਿਬ, ਹਮੀਰ ਸਿੰਘ ਹੋਰਾਂ ਨਾਲ ਕਈ ਵਾਰੀ ਨਰੇਗਾ ਦੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ, ਤੇ ਇੱਕ ਵਾਰੀ ਭਵਾਨੀਗੜ੍ਹ 'ਚ ਅਸੀਂ ਇੱਕ ਮੀਟਿੰਗ ਅਟੈਂਡ ਕਰ ਰਹੇ ਸੀਗੇ, ਤਾਂ ਉੱਥੇ ਇਸ ਤਰ੍ਹਾਂ ਦਾ ਹੀ ਮਤਲਬ ਆਰਟੀਆਈ ਰਾਹੀਂ ਬੰਦਿਆਂ ਨੇ ਜਿਹੜੀ ਜਾਣਕਾਰੀਆਂ ਲਿੱਤੀਆਂ ਸੀ ਉਹ ਵੀ ਆਈਆਂ ਸੀ। ਸ਼ੁਕਰ ਕਰੋ ਭਾਸਕਰ ਸਾਹਿਬ, ਇਹ ਤਾਂ ਸਾਰੇ ਜਿੰਦੇ ਬੰਦੇ ਹੀ ਨੂੰ ਦਿੱਤੇ ਨੇ, ਉੱਥੇ ਤਾਂ ਮਰਿਆਂ ਦੀ ਦਿੱਤੀ ਵੀ ਸੀ। ਲਿਸਟ ਲੰਬੀ ਜਾ ਰਹੀ, ਬੰਦਿਆਂ ਨੂੰ ਮਰੇ ਨੂੰ ਵੀ 5-5 ਸਾਲ ਹੋ ਗਏ, ਉਹਨਾਂ ਨੂੰ ਵੀ ਦੇਈ ਜਾ ਰਹੇ ਨੇ ਪੈਸੇ। ਸੋ ਇਹ ਨਰੇਗਾ ਦਾ ਜਿੰਨੀ ਵਧੀਆ ਇਹ ਸਕੀਮ ਹੈ, ਜਿੰਨਾ ਇਨਫਰਾਸਟ੍ਰਕਚਰ ਇਸ ਨਾਲ ਡਿਵੈਲਪ ਹੋ ਸਕਦਾ ਹੈ, ਔਰ ਜਿੰਨਾ ਮਤਲਬ ਮੈਂ ਕਹਿੰਦਾ ਨਾ ਵੀ ਜਿੰਨਾ ਪੈਸਾ ਸਮਾਜ ਦੇ ਉਸ ਅਖੀਰਲੀ ਲਾਈਨ ਦੇ ਉੱਤੇ ਬੈਠੇ ਹੋਏ ਵਿਅਕਤੀ ਨੂੰ ਪਹੁੰਚ ਸਕਦਾ ਹੈ, ਅਸੀਂ ਉਨਾ ਹੀ ਇਸ ਸਕੀਮ ਨੂੰ ਮਤਲਬ ਖਰਾਬ ਕਰਤਾ ਹੈ। ਹਜ਼ਾਰਾਂ ਕਰੋੜ ਰੁਪਏ ਦੇਖੋ ਆਉਂਦੇ ਹੈ, ਅਸੀਂ ਪਰ ਨਾ ਤਾਂ ਆਪਣੇ ਪੰਜਾਬ ਦਾ ਕੋਈ ਇਨਫਰਾਸਟ੍ਰਕਚਰ ਬਣਾ ਸਕੇ ਉਹਦੇ ਨਾਲ। ਬਹੁਤ ਐ ਨਹੀਂ ਮੈਂ ਕਹਿ ਰਿਹਾ ਕਿ ਬਿਲਕੁਲ ਹੀ ਹਨੇਰੀ ਗਰਦੀ ਉੱਠੀ ਹੋਈ ਹੈ, ਬਹੁਤ ਸਾਰੇ ਪਿੰਡ ਹੈਗੇ ਆ ਜਿਨ੍ਹਾਂ ਨੇ ਬਹੁਤ ਅੱਛਾ ਬਣਾਇਆ ਹੋਇਆ ਇਸੇ ਸਕੀਮ ਨੂੰ ਲੈ ਕੇ, ਪਰ ਬਹੁਤ ਸਾਰੇ ਜਿਵੇਂ ਭਾਸਕਰ ਸਾਹਿਬ ਨੇ ਗਣਾਏ ਨੇ, ਤਾਂ ਉਹ ਇਦਾਂ ਦੇ ਵੀ ਹੈਗੇ ਨੇ ਜਿਹੜੇ ਮਤਲਬ ਕਿ 400-400 ਰੁਪਏ ਦੀ ਕਿੱਟ ਲਗਾ ਰਹੇ ਨੇ। ਮੈਂ ਤਾਂ ਪਿਛਲੀ ਵਾਰੀ ਤੁਹਾਨੂੰ ਐਮਪੀ ਲੈਡ ਦੀ ਜਦੋਂ ਗੱਲ ਕੀਤੀ ਸੀ, ਮੈਂ ਕਹਿ ਰਿਹਾ ਐਮਪੀ ਲੈਡ ਦੇ ਵਿੱਚ ਤਾਂ ਇੰਨਾ ਕੁ ਪੈਸਾ ਗਲੀਆਂ ਨਾਲੀਆਂ ਤੇ ਖਰਚ ਹੋ ਚੁੱਕਿਆ, ਜੇ ਉਹਨੂੰ ਸਾਰਿਆਂ ਨੂੰ ਜੋੜ ਦਿੰਦੇ ਨਾ ਹੁਣ ਤੱਕ, ਤਾਂ ਉਹ ਸੋਨੇ ਦੀਆਂ ਇੱਟਾਂ ਗਲੀਆਂ ਬਣ ਜਾਣੀਆਂ ਸੀ ਜਾਂ ਸੋਨੇ ਦੀਆਂ ਨਾਲੀਆਂ ਬਣ ਜਾਣੀਆਂ ਸੀ। ਵਾਕਈ ਜਿਸ ਹਿਸਾਬ ਨਾਲ ਇੱਟਾਂ ਦਾ ਭਾਅ
400 ਰੁਪਏ ਇੱਕ ਇੱਟ ਦਾ ਚੱਲ ਰਿਹਾ ਹੈ, ਉਹ ਤਾਂ ਫਿਰ ਸੋਨੇ ਦੀਆਂ ਇੱਟਾਂ ਹੀ ਹੋਣਗੀਆਂ ਜੀ। ਦੂਜੀ ਮਿੱਟੀ ਦੀ ਇੱਟ ਦਾ 400 ਰੁਪਏ ਦੀ ਬਜਾਏ ਅੱਜ ਕੱਲ ਤਾਂ 7 ਰੁਪਏ ਰੇਟ ਚੱਲ ਰਿਹਾ। ਅਜੇ ਤੱਕ ਮੇਰਾ ਮੈਂ ਜਿਹੜੀ ਇੱਟ ਪਿਛਲੇ ਹਫਤੇ ਖਰੀਦੀ ਹੈ ਉਸ ਤੋਂ ਤਾਂ 7 ਰੁਪਏ ਮੈਨੂੰ ਮਿਲੀ ਹੈ। ਇਹ 400 ਰੁਪਏ ਵਾਲੀ ਪਤਾ ਨਹੀਂ ਕਿਹੜੀ ਮਿੱਟੀ ਦੀ ਇਹ ਲੈ ਕੇ ਆਏ ਆ। ਤੁਸੀਂ ਠੀਕ ਕਹਿ ਰਹੇ ਹੋ। ਐਕਚੁਅਲੀ ਆਪਾਂ ਨਾ ਜੀ ਅਜੇ ਵੀ ਗਲੀਆਂ ਤੇ ਨਾਲੀਆਂ ਤੇ ਮੈਂ ਖਾਸ ਤੌਰ ਤੇ ਕਈ ਪਿੰਡਾਂ 'ਚ ਅਜੇ ਵੀ ਦੇਖੀਆਂ, ਉਹਨਾਂ ਨੂੰ ਕਵਰ ਨਹੀਂ ਕਰਦੇ। ਅੱਜ ਹੁਣ ਤਾਂ ਸੀਵਰੇਜ ਹੋਰ ਤਰ੍ਹਾਂ ਦੇ ਹੋਣੇ ਚਾਹੀਦੇ ਆ, ਅਜੇ ਵੀ ਉੱਥੋਂ ਬਦਬੂ ਆਉਂਦੀ ਆ। ਸਾਡੀ ਡਿਵੈਲਪਮੈਂਟ ਅਜੇ ਹਰ ਕਿਸੇ ਤੱਕ ਨਹੀਂ ਪਹੁੰਚਿਆ। ਆਖਰੀ ਗੱਲ ਕਰਦੇ ਆ ਪਟਵਾਰੀਆਂ ਵਾਲੀ। ਜੇ ਇੰਦਰਪ੍ਰੀਤ ਜੀ ਤੁਸੀਂ ਲੈਣਾ ਚਾਹੋ ਕਿ ਪਟਵਾਰੀਆਂ ਦੀਆਂ ਬਦਲੀਆਂ ਦੇ ਉੱਤੇ, ਉਹ ਤਾਂ ਵਿਚਾਰੇ ਹੁਣ ਕਹਿੰਦੇ ਆ ਵੀ ਸਮਝੌਤਾ ਕਰ ਲਈਏ, ਹੁਣ ਇਹ ਜ਼ਿਆਦਾ ਹੀ ਨਹੀਂ ਅੜ ਗਏ, ਇਹ ਲੜਾਈ ਵੱਡੀ ਹੋਈ ਜਾਂਦੀ ਹੈ, ਕੀ ਕਹਿੰਦੇ? ਵੈਸੇ ਤਾਂ 2-3 ਦਿਨ ਤੋਂ ਆਪਾਂ ਪਟਵਾਰੀਆਂ ਦੀ ਜਿਹੜੀ ਹੈਗੀ ਉਸ ਤੇ ਡਿਬੇਟ ਕਰ ਹੀ ਰਹੇ ਹਾਂ, ਪਰ ਇਹ ਠੀਕ ਹੈ ਸਰਕਾਰ ਇਸ ਵਾਰੀ ਬਿਲਕੁਲ ਵੀ ਮਾਫ ਕਰਨ ਦੇ ਰੌਹ 'ਚ ਲੱਗ ਨਹੀਂ ਰਹੇ। ਖਾਸ ਤੌਰ ਤੇ ਚੀਫ ਮਿਨਿਸਟਰ ਜਿਹੜੇ ਹੈਗੇ ਆ ਉਹ ਤਾਂ ਬਿਲਕੁਲ ਨਹੀਂ ਲੱਗ ਰਹੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਕੱਲ ਵੀ ਮੈਂ ਇਹ ਕਿਹਾ ਸੀ ਵੀ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਵੀ ਹਜੇ ਮੈਨੂੰ 1.5 ਸਾਲ ਵੀ ਨਹੀਂ ਹੋਇਆ ਮੁੱਖ ਮੰਤਰੀ ਬਣੇ ਨੂੰ, ਔਰ ਹਰ ਮਹੀਨੇ ਇਹਨਾਂ ਦੀ ਇੱਕ ਥ੍ਰੈਟਨਿੰਗ ਦੀ ਚਿੱਠੀ ਜਾਂਦੀ ਹੈ ਕਿ ਜੀ ਅਸੀਂ ਕਲਮ ਛੋੜੋ ਹੜਤਾਲ ਕਰ ਦਾਂਗੇ, ਅਸੀਂ ਫਲਾਣਾ ਹੜਤਾਲ ਕਰ ਦਾਂਗੇ, ਅਸੀਂ ਟਿਮਕਾਣੀ ਹੜਤਾਲ ਕਰ ਦਾਂਗੇ। ਸੋ ਇਹ ਇਸ ਤਰ੍ਹਾਂ ਕੰਮ ਕਿਵੇਂ ਚੱਲੂਗਾ? ਅੱਜ ਪਟਵਾਰੀ ਕਹਿ ਰਹੇ, ਇਹ ਨਹੀਂ ਕਿ ਇਕੱਲੇ ਪਟਵਾਰੀ ਕਹਿੰਦੇ ਨੇ, ਟੀਚਰਸ ਵੀ ਇਸੇ ਤਰ੍ਹਾਂ ਦੇ ਹੀ ਨੇ, ਹੋਰ ਜਿਹੜੇ ਮਹਿਕਮੇ ਨੇ ਉਹ ਵੀ ਇਸੇ ਤਰ੍ਹਾਂ ਦੇ ਹੀ। ਹੁਣ ਅੱਜ ਇੱਕ ਕਾਲ ਕਿਸਾਨਾਂ ਦੀ ਵੀ ਆਈ ਪਈ ਹੈ ਕਿ ਉਹ 28 ਤਰੀਕ ਤੋਂ ਸਾਰੀਆਂ ਰੇਲਾਂ ਰੋਕ ਦੇਣਗੇ। 16 ਕਿਸਾਨ ਸੰਗਠਨਾਂ ਦੀ ਕੱਲ ਮੀਟਿੰਗ ਕਹਿੰਦੇ ਚੰਡੀਗੜ੍ਹ ਹੋਈ ਹੈ, ਉਹਦੇ 'ਚ ਇਹ ਆਈ ਹੈ ਕਿ 28 ਤਰੀਕ ਤੋਂ ਪੰਜਾਬ ਦੀਆਂ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਜਾਮ ਕਰਤੀਆਂ ਜਾਣਗੀਆਂ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਪੰਜਾਬ ਨੂੰ ਮੁੜ ਲੀਹ ਤੇ ਲੈ ਕੇ ਆਉਣਾ ਹੈ, ਦੂਸਰੇ ਪਾਸੇ ਜਿਨ੍ਹਾਂ ਲੋਕਾਂ ਤੇ ਇਹਦਾ ਭਾਰ ਹੈ, ਜਿਨ੍ਹਾਂ ਲੋਕਾਂ ਨੇ ਲੈ ਕੇ ਆਉਣਾ ਲੀਹ ਦੇ ਉੱਤੇ, ਉਹ ਹੜਤਾਲਾਂ ਕਰੀ ਬੈਠੇ ਹੈ। ਹੁਣ ਤਾਂ ਇਹ ਨਹੀਂ ਕਿਹਾ ਜਾ ਸਕਦਾ ਵੀ ਕਿਸੇ ਦੀ ਤਾਂ ਕੋਈ ਤਨਖਾਹ ਘੱਟ ਹੈ ਇਸ ਕਰਕੇ ਉਹਨੂੰ ਇਸ ਤਰ੍ਹਾਂ ਦੀ ਹੜਤਾਲ ਕਰਨੀ ਪੈ ਰਹੀ ਹੈ। ਸੋ ਜਿਸ ਤਰ੍ਹਾਂ ਦਾ ਹੁਣ ਰੌ ਬਣਾ ਲਿਆ ਮੁੱਖ ਮੰਤਰੀ ਸਾਹਿਬ ਨੇ ਜਾਂ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ, ਉਹ ਇਹ ਹੈ ਕਿ ਵੀ ਜਿਹੜੇ ਬਹੁਤ ਪੁਰਾਣੇ ਬੈਠੇ ਹੋਏ ਨੇ ਪਟਵਾਰੀ, ਸਾਲਾਂ ਬੱਧੀ ਹੋ ਗਿਆ, ਇੱਕ ਤਾਂ ਉਹਨਾਂ ਨੂੰ ਜਿਹੜਾ ਹੈਗਾ ਦੂਰ ਦਰਾਜ਼ ਦੇ ਇਲਾਕਿਆਂ 'ਚ ਟ੍ਰਾਂਸਫਰ ਕਰੋ, ਤੇ ਦੂਜਾ ਇੱਕ ਅੱਜ 5 ਤਰੀਕ ਹੋ ਗਈ ਆ, 8 ਤਰੀਕ ਨੂੰ 710 ਜਿਹੜੇ ਨਵੇਂ ਨਿਯੁਕਤ ਹੋਏ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ। ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡਾ ਫੰਕਸ਼ਨ ਕੀਤਾ ਜਾ ਰਿਹਾ ਚੰਡੀਗੜ੍ਹ ਦੇ ਵਿੱਚ, ਤੇ ਉਹਦੇ ਵਿੱਚ ਇਹ ਨਿਯੁਕਤੀ ਪੱਤਰ ਵੀ ਦੇ ਦੇਣੇ ਆ। ਸੋ ਔਰ 586 ਦੀ ਨਵੀਂ ਐਡ ਵੀ ਆ ਰਹੀ ਹੈ ਕਿ ਨਵੇਂ ਹੋਰ ਜਿਹੜੀ ਬਾਕੀ ਦੇ ਖਾਲੀ ਰਹਿ ਜਾਣਗੀਆਂ ਪੋਸਟਾਂ ਉਸ ਤੇ ਵੀ ਭਰ ਰਹੀ, ਯਾਨੀ ਕਿ ਕੋਈ ਵੀ ਪੋਸਟ ਹੁਣ ਪਟਵਾਰੀਆਂ ਦੀ ਖਾਲੀ ਨਹੀਂ ਰਹੇਗੀ। ਸੋ ਇਹ ਇੱਕ ਮੈਨੂੰ ਲੱਗਦਾ ਕਿ ਚੰਗੀ ਦਿਸ਼ਾ ਵੱਲ ਤਾਂ ਕਦਮ ਵਧਾ ਹੀ ਦਿੱਤਾ ਹੈ। ਪਰ ਮੈਨੂੰ ਇਹ ਲੱਗਦਾ ਕਿ ਇੱਕ ਰੰਧਾਵਾ ਸਾਹਿਬ ਇਹ ਹੈ ਕਿ ਇਹ ਇਕੱਲਾ ਪਟਵਾਰੀ ਵਾਲਾ ਹੀ ਕਿਉਂ, ਟੀਚਰਸ ਦਾ ਕਿਉਂ ਨਹੀਂ, ਜਾਂ ਡਾਕਟਰਸ ਦਾ ਕਿਉਂ ਨਹੀਂ, ਜਾਂ ਹੋਰ ਜਿਹੜੇ ਹੈਗੇ ਨੇ ਉਹਨਾਂ ਦਾ ਕਿਉਂ ਨਹੀਂ? ਜਦੋਂ ਅਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫ੍ਰੀ ਬੀਜ ਦੀਆਂ ਗੱਲਾਂ ਕਰਦੇ ਨਾ ਕਿ ਸਾਰਿਆਂ ਨੂੰ ਮੁਫਤ ਬਿਜਲੀ, ਤਾਂ ਮੈਨੂੰ ਲੱਗਦਾ ਕਿ ਜਿਹੜਾ ਉਹ ਪੈਸਾ ਉੱਥੇ ਖਰਚ ਹੋ ਰਿਹਾ ਉਹ ਇਹਨਾਂ ਚੀਜ਼ਾਂ ਤੇ ਖਰਚ ਹੋਣਾ ਚਾਹੀਦਾ ਤਾਂ ਕਿ ਸਾਰੀਆਂ ਦੀ ਸਾਰੀਆਂ ਜਿਹੜੀਆਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਲੋਕ ਇਸ ਗੱਲ ਤੋਂ ਨਹੀਂ ਖੁਸ਼ ਹੁੰਦੇ ਕਿ ਉਹਨੂੰ 300 ਯੂਨਿਟ ਬਿਜਲੀ ਮਿਲ ਗਈ, ਲੋਕ ਦੁਖੀ ਹੁੰਦੇ ਇਸ ਗੱਲ ਤੋਂ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ। ਸੋ ਮੈਨੂੰ ਲੱਗਦਾ ਕਿ ਇਸ ਦਿਸ਼ਾ ਵੱਲ ਵਧਣ ਦੀ ਲੋੜ ਹੈ, ਸਾਡੇ ਸਿਸਟਮ ਨੂੰ ਕਰੈਕਸ਼ਨ ਦੀ ਲੋੜ ਹੈ, ਨਾ ਕਿ ਫ੍ਰੀ ਬੀਜ ਦੀ ਲੋੜ ਹੈ। ਤੁਸੀਂ ਲੱਗਦਾ 2024 ਤੋਂ ਪਹਿਲਾਂ ਨਾ ਆਮ ਆਦਮੀ ਪਾਰਟੀ ਦੀ ਜੇਬ 'ਚ ਕੋਈ ਵੋਟ ਨਹੀਂ ਰਹਿਣ ਦੇਣੀ, ਜਿੱਦਾਂ ਕਹਿ ਰਹੇ ਵੀ ਸਾਰਿਆਂ ਤੇ ਕਾਰਵਾਈ ਕਰੋ। ਮੈਨੂੰ ਲੱਗਦਾ ਉਹਨਾਂ ਨੇ ਜਾਣਾ ਵੀ ਇਲੈਕਸ਼ਨ ਦੇ ਵਿੱਚ, ਸਮਝੌਤੇ ਦੀ ਰੇਲ ਗੱਡੀ ਛੇਤੀ ਚੱਲਣ ਵਾਲੀ ਹੈ। ਭਾਸਕਰ ਸਭ ਕੁਝ ਕਹਿਣਾ ਚਾਹ ਰਹੇ। ਪਟਵਾਰੀਆਂ ਦੀ ਗੱਲ ਕਰੀਏ ਤੇ ਉਹ ਆંકੜਾ ਤੇ ਇੰਦਰਪ੍ਰੀਤ ਉਹਨਾਂ ਨੇ ਦੇ ਦਿੱਤਾ ਵੀ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾ ਰਿਹਾ, ਔਰ 741 ਹਜੇ ਟ੍ਰੇਨਿੰਗ ਵਿੱਚ ਬੁਲਾਤੇ ਸੀਗੇ। ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਉਹਨਾਂ ਪਟਵਾਰੀਆਂ ਨੂੰ ਜਿਨ੍ਹਾਂ ਨੇ ਦੂਜੇ ਸਰਕਲਾਂ ਦੇ ਵਿੱਚ ਕੰਮ ਕਰਨ ਤੋਂ ਕੀਤਾ ਸੀ ਨਾ। ਹੁਣ ਸਰਕਾਰ ਪੈ ਗਈ ਉਹਨਾਂ ਦੇ ਬਸਤਿਆਂ ਨੂੰ, ਬਸਤੇ ਛਿਨ ਕੇ ਦੂਜਿਆਂ ਨੂੰ ਦੇਣ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ, ਔਰ ਇਹਦੀ ਵੀ ਤਿਆਰੀ ਕਰ ਲਈ ਹੈ ਕਿਉਂਕਿ ਜਦ ਵੀ ਕਿਸੇ ਪਟਵਾਰੀ ਦੀ ਬਦਲੀ ਹੁੰਦੀ ਹੈ ਉਸ ਤੋਂ ਬਸਤਾ ਲੈਣਾ ਸਭ ਤੋਂ ਜ਼ਿਆਦਾ ਔਖਾ ਕੰਮ ਹੁੰਦਾ ਹੈ। ਔਰ ਜੇ ਬਸਤੇ ਦੇਣ ਤੋਂ ਨਾ ਨੁਕਰ ਕੀਤੀ ਤੇ ਉਸ ਬਸਤੇ ਨੂੰ ਕਿੱਦਾਂ ਛਿਨਣਾ ਹੈ, ਉਹਦੇ ਵਾਸਤੇ ਸਰਕਾਰ ਤਿਆਰ ਹੈ, ਵਿਜੀਲੈਂਸ ਵੀ ਪੂਰੇ ਤਰੀਕੇ ਨਾਲ ਤਿਆਰ ਹੈ। ਔਰ ਇਦਾਂ ਦੇ ਪਟਵਾਰੀਆਂ ਦੀ ਲਿਸਟ ਬਣਾਈ ਜਾ ਰਹੀ ਹੈ ਜਿਹੜੇ ਕਈ ਸਾਲਾਂ ਤੋਂ ਇੱਕੋ ਹੀ ਸਰਕਲ ਦੇ ਵਿੱਚ ਲੱਗੇ ਹੋਏ ਨੇ, ਔਰ ਉਸ ਸਰਕਲ ਦੇ ਵਿੱਚ ਪਟਵਾਰੀ ਦਾ ਨਾਮ ਬੋਲਦਾ ਹੈ। ਪਟਵਾਰੀਆਂ ਦਾ ਰੰਧਾਵਾ ਜੀ ਇਦਾਂ ਦਾ ਹਾਲ ਹੁੰਦਾ ਹੈ ਕਿ ਅੱਜ ਜਦ ਪਟਵਾਰੀ ਸਵੇਰੇ ਘਰ ਤੋਂ ਬਾਹਰ ਨਿਕਲੇਗਾ ਤੇ 3-4 ਗੱਡੀਆਂ ਖੜੀ ਹੋਈਆਂ, ਪਟਵਾਰੀ ਕਿਸ ਗੱਡੀ 'ਚ ਬੈਠੂਗਾ, ਅੱਜ ਕੌਣ ਉਹਨੂੰ ਲੈ ਕੇ ਜਾਏਗਾ? ਉਹਨਾਂ ਬੰਦਿਆਂ ਦੀ ਲਾਟਰੀ ਨਿਕਲ ਜਾਂਦੀ ਜਿਨ੍ਹਾਂ ਦੇ ਨਾਲ ਪਟਵਾਰੀ ਤੁਰ ਗਿਆ, ਔਰ ਬਾਕੀ 3 ਗੱਡੀਆਂ ਨੂੰ ਦੁੱਖੇ ਜੇ ਵਾਪਸ ਜਾਣਾ ਪੈਂਦਾ ਹੈ। ਹੁਣ ਇਹ ਗੱਲ ਹੈ ਕਿ ਜਿਹੜੀ ਗੱਲ ਬਸਤੇ ਤੇ ਆ ਜਾਏ ਨਾ, ਤੇ ਮੈਨੂੰ ਇਹ ਲੱਗਦਾ ਹੈ ਭਾਵੇਂ ਇਸ ਗੱਲ ਦੀ ਕੰਸੋਲ ਤੇ ਨਹੀਂ ਹੈ ਸਾਨੂੰ,
ਲੇਕਿਨ ਕੁਝ ਲੋਕਾਂ ਨੇ ਦੱਸਿਆ ਹੈ ਕਿ ਉਹ ਜਿਹੜਾ ਬਲਕਾਰ ਸਿੰਘ ਸੀ ਨਾ 55 ਏਕੜ ਵਾਲਾ, ਜਿਹਨੂੰ ਫੜਿਆ ਸੀਗਾ, ਜਿਹਦੇ ਬਾਅਦ ਇਹ ਰਫੜ ਸ਼ੁਰੂ ਹੋਇਆ, ਉਹ ਸਾਰੇ ਉਸ ਬਲਕਾਰ ਸਿੰਘ ਨੂੰ ਕੋਸਦੇ ਨੇ ਕਿ ਗੱਲ ਸਾਡੇ ਬਸਤਿਆਂ ਤੱਕ ਆ ਗਈ ਹੈ ਤੇ ਹੁਣ ਤੁਹਾਨੂੰ ਬਚਾਉਣ ਵਾਸਤੇ ਅਸੀਂ ਆਪਣੇ ਬਸਤੇ ਕਿੱਦਾਂ ਦੇ ਦਈਏ। ਹੁਣ ਗੱਲ ਤੇ ਹੁਣ ਬਹੁਤ ਗਾਂ ਲੰਘ ਗਈ ਹੈ। ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਐਤਕੀ ਤੇ ਪਟਵਾਰੀ ਇੱਕ ਤਰੀਕੇ ਨਾਲ ਸਿੱਧੇ ਕਰਕੇ ਰੱਖਣੇ ਆ, ਪਰ ਕਿੰਨੇ ਕੁ ਸਿੱਧੇ ਹੁੰਦੇ ਆ, ਹਜੇ ਲੜਾਈ ਥੋੜੀ ਜਿਹੀ ਲੰਬੀ ਜ਼ਰੂਰ ਹੈ। ਪਰ ਅੱਜ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਬਸਤਿਆਂ ਦੀ ਛੀਨਾ-ਛੀਨੀ ਸ਼ੁਰੂ ਹੋਏਗੀ, ਉਸ ਤੋਂ ਬਾਅਦ ਕੀ ਹਾਲਾਤ ਹੁੰਦੇ ਆ। ਔਰ ਇਹ ਸਟ੍ਰਾਈਕ, ਕਿਉਂਕਿ ਜਿਹੜੇ ਪ੍ਰਧਾਨ ਜੀ ਵੀ ਹੈ ਇਹਨਾਂ ਦੇ, ਉਹ ਕਹਿੰਦੇ ਸਾਡੇ ਨਾਲ ਗੱਲ ਤੇ ਕਰੋ, ਤੁਸੀਂ ਦੂਜੇ ਪਟਵਾਰੀਆਂ ਵੱਲ ਹੋ ਗਏ ਹੋ, ਸਾਡੇ ਨਾਲ ਹੀ ਗੱਲ ਕਰੋ, ਅਸੀਂ ਮੰਨ ਜਾਾਂਗੇ। ਪਰ ਉਹ ਨਹੀਂ ਮਨਾਉਂਦੇ ਮੂਡ ਵਿੱਚ। ਚਲੋ ਹੁਣ ਇਹ ਗੱਲ ਤੁਰੀ ਹੈ ਤੇ ਕਿੱਥੇ ਤੱਕ ਜਾਏਗੀ, ਇੱਕ ਦੋ ਦਿਨਾਂ ਦੇ ਵਿੱਚ ਪਤਾ ਵੀ ਲੱਗਦਾ। ਭਾਸਕਰ ਸਾਹਿਬ, ਤੁਸੀਂ ਸਿਰਫ ਬਸਤੇ ਤੱਕ ਖੜੇ ਹੋ, ਮੈਨੂੰ ਬਸਤੇ 'ਚ ਪਏ ਸਮਾਨ ਦਾ ਵੱਧ ਫਿਕਰ ਹੈ, ਤੁਹਾਨੂੰ ਅੰਦਾਜ਼ਾ ਨਹੀਂ। ਕਈ ਜਮਾਬੰਦੀਆਂ ਪੂਰੀਆਂ ਨਹੀਂ ਹੁੰਦੀਆਂ, ਅਜੇ ਗੁਰਦੌਰੀਆਂ ਦੇ ਕਾਲਮ ਖਾਲੀ ਹੁੰਦੇ ਆ। ਜਦੋਂ ਚਾਰਜ ਦੇਣਾ ਪੈਂਦਾ, ਸ਼ਜਰਾ ਪਤਾ ਨਾ ਤੁਹਾਨੂੰ, ਸ਼ਜਰਾ ਉਹ ਕੱਪੜੇ ਦਾ ਸਾਰਾ ਜਿਹਦੇ ਉੱਤੇ ਨਕਸ਼ੇ ਵਗੇ ਹੁੰਦੇ ਆ, ਹਨਾ, ਜਿਹਦੇ 'ਚ ਪਤਾ ਹੁੰਦਾ ਵੀ ਇੱਥੇ ਖਾਲ ਜੇ, ਇੱਥੇ ਇੱਕ ਮਾੜਾ ਜਿਹਾ ਕੋਈ ਰਸਤਾ ਜੇ 11 ਫੁੱਟ ਵਾਲਾ, ਹਨਾ, ਜਿਹਨੂੰ ਕਹਿੰਦੇ 2 ਕਰਮਾਂ ਵਾਲਾ, ਤੇ ਇੱਥੇ ਕਿਤੇ ਫਲਾਣੀ ਗਲੀ ਇੱਧਰ ਨੂੰ ਮੁੜਦੀ ਦੀ ਵੱਟ, ਇੱਥੇ ਉਹ ਸ਼ਜਰੇ ਕਈਆਂ ਨੇ ਕਦੇ ਸਾਂਭੇ ਹੀ ਨਹੀਂ ਹੁੰਦੇ। ਨਵੇਂ ਪਟਵਾਰੀ ਨੇ ਕਹਿਣਾ ਮੈਨੂੰ ਚਾਹੀਦਾ ਸਾਰਾ, ਸਰਕਾਰ ਔਖੀ ਬੜੀ, ਮੈਨੂੰ ਸਰ ਸਮਾਨ ਸਾਰਾ ਦਿਓ ਜੀ, ਏਦਾਂ ਨਹੀਂ ਗੱਲ ਬਣਨੀ। ਹੁਣ ਉਹ ਹੜਤਾਲ ਕਰਨ ਕਿ ਜਾ ਕੇ ਘਰੇ ਜਮਾਬੰਦੀਆਂ ਲਿਖਣ। ਜਿਹੜੇ ਬੰਦੇ ਜਿਨ੍ਹਾਂ ਕੋਲੋਂ ਕੰਮ ਕਰਾਏ ਜਾਂਦੇ ਹੋਣਗੇ, ਉਹ ਤਾਂ ਆਪ ਦੂਜੇ ਖੇਮੇ 'ਚ ਜਾ ਕੇ ਬੈਠੇ ਹੋਣੇ ਵੀ ਕਿਸੇ MLA ਕੋਲੋਂ ਮੇਰੀ ਵੀ ਕਰਾ ਦਿਓ ਜੀ, ਆਪਣਾ ਮੈਨੂੰ ਵੀ ਅਪੁਆਇੰਟਮੈਂਟ ਦਵਾ ਦਿਓ, ਤੁਹਾਨੂੰ ਤੇ ਹੁਣ ਲੋੜ ਆ। ਸੋ ਮੈਨੂੰ ਲੱਗਦਾ ਸਭ ਤੋਂ ਫਿਕਰ ਇਹ ਆ ਕਿ ਪੈਂਡਿੰਗ ਕੰਮ ਪੂਰੇ ਕਰਕੇ ਬਸਤੇ ਫੜਾਉਣੇ ਪੈਣੇ। ਸਰਕਾਰ ਕਹਿੰਦੀ ਹੁਣੇ ਦਿਓ, ਹੁਣ ਹੁਣੇ ਦੇਣ ਵਾਲੀ ਸਥਿਤੀ 'ਚ ਸਾਰਾ ਪੰਗਾ ਪਿਆ। ਮੈਨੂੰ ਲੱਗਦਾ ਆਪਾਂ ਬਸ ਕਰੀਏ, 2 ਮਾਮਲੇ ਬੜੇ ਅਹਿਮ ਸੀ, ਰਹਿ ਰਹੇ ਨੇ, ਕੀ ਕਰ ਸਕਦੇ ਆ। ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਇਹਨਾਂ ਤੇ ਜ਼ਰੂਰ ਗੱਲ ਕਰਾਂਗੇ। ਪਾਰਟੀਆਂ ਨੂੰ ਇਲੈਕਸ਼ਨ ਫੰਡ ਦੇ ਨਾਂ ਤੇ ਕੀ ਮਿਲਿਆ, ਤੇ ਦੂਜਾ ਮਾਮਲਾ ਪਰਾਲੀ ਨੂੰ ਲੈ ਕੇ। ਵੈਸੇ ਤਾਂ ਇਹ ਇੰਦਰਪ੍ਰੀਤ ਜੀ ਦਾ ਫੇਵਰੇਟ ਵਿਸ਼ਾ ਹੈ ਤੇ ਇਹ ਖੇਤੀ ਨਾਲ ਜੁੜੇ ਵਿਸ਼ਿਆਂ ਤੇ ਬਹੁਤ ਕੰਫਰਟੇਬਲ ਨੇ, ਪਰ ਹੁਣ ਆਪਾਂ ਬੰਦ ਕਰ ਦਈਏ ਚੰਗਾ, ਇਸ ਤੋਂ ਪਹਿਲਾਂ ਕਿ ਸਾਨੂੰ ਤੁਸੀਂ ਸਾਰੇ ਬੰਦ ਕਰਾਉਣ ਆਓ। ਮਿਹਰਬਾਨੀ। ਧੰਨਵਾਦ ਜੀ।